ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ। ਕੱਲ੍ਹ ਤੱਕ 129 ਛੰਦਾਂ ਦੀ ਕਥਾ ਹੋ ਚੁੱਕੀ ਹੈ। ਅੱਜ 130ਵੇਂ ਛੰਦ ਦੀ ਕਥਾ ਸ਼ੁਰੂ ਹੋ ਰਹੀ ਹੈ। ਦਸਮ ਪਾਤਸ਼ਾਹ ਪਰਮਾਤਮਾ ਨੂੰ ਕਹਿ ਰਹੇ ਨੇ, ਪਰਮਾਤਮਾ ਨਾਲ ਸਿੱਧੀ ਗੱਲਬਾਤ ਹੋ ਰਹੀ ਹੈ। ਤੇਰੇ ਭੁਗਤ ਸਰੂਪ ਹੈ, ਅਛਿਜ ਹੈ ਅਛੂਤ ਹੈ, ਕਿ ਨਰਕੰ ਪਰਨਾਸ ਹੈ, ਪ੍ਰਿਥਿਵਲ ਪ੍ਰਵਾਸ ਹੈ। ਤੇਰੇ ਭੁਗਤ, ਤੇਰੇ ਮੈਨੇ ਤਿੰਨ ਲੋਕ, ਮਾਤ ਲੋਕ, ਪਾਤਾਲ ਲੋਕ, ਦੇਵ ਲੋਕ, ਜਿਹਨੂੰ ਆਕਾਸ਼ ਲੋਕ ਕਹਿੰਦੇ ਨੇ। ਤਿੰਨਾਂ ਲੋਕਾਂ ਨੂੰ ਤਾਂ ਭੋਗਣ ਵਾਲਾ, ਭੁਗਤ ਭੋਗਣ ਵਾਲਾ। ਕਿਉਂਕਿ ਜੋ ਅਸੀਂ ਭੋਗ ਰਹੇ ਹਾਂ, ਖਾ ਪੀ ਰਹੇ ਹਾਂ, ਪਰਮਾਤਮਾ ਸਾਡੇ ਵਿੱਚ ਬੈਠਾ ਖਾ ਪੀ ਰਿਹਾ ਹੈ। ਇਸ ਲਈ ਉਹ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ ਹੈ। ਤੇਰੇ ਭੁਗਤ ਸਰੂਪ ਹੈ। ਅਛਿਜ ਹੈ, ਛਿਜ ਹੁੰਦਾ ਨਾਸ ਹੋਣਾ। ਅਛਿਜ ਜਿਹੜਾ ਨਾਸ ਨਾ ਹੋਵੇ, ਭਾਵ ਅਵਿਨਾਸ਼ੀ। ਤੂੰ ਅਵਿਨਾਸ਼ੀ ਹੈ। ਅਛੂਤ ਹੈ, ਤੈਨੂੰ ਕੋਈ ਛੋਹ ਨਹੀਂ ਸਕਦਾ। ਤੂੰ ਅਛੋਹ ਹੈ, ਕਿਉਂਕਿ ਛੋਇਆ ਤੇ ਕਿਸੇ ਸਥੂਲ ਚੀਜ਼ ਨੂੰ ਜਾ ਸਕਦਾ, ਅਤੇ ਪਰਮਾਤਮਾ ਸਥੂਲ ਤਾਂ ਹੈ ਨਹੀਂ, ਇਸ ਲਈ ਉਹਨੂੰ ਕੋਈ ਛੋਹ ਨਹੀਂ ਸਕਦਾ। ਜਿਵੇਂ ਇੱਕ ਵਾਰੀ ਦਸਮ ਪਾਤਸ਼ਾਹ ਕਹਿ ਰਹੇ ਕਿ ਜਿਹੜਾ ਗੁਰੂ ਹੁੰਦਾ ਨਾ, ਉਹ ਸਰੀਰ ਨਹੀਂ ਹੁੰਦਾ। ਬੜੇ ਹੈਰਾਨ ਹੋ ਗਏ ਸਿੱਖ ਵੀ ਸਾਹਮਣੇ ਸਰੀਰ ਹੀ ਤਾਂ ਬੈਠਾ ਹੈ ਦਸਮ ਪਾਤਸ਼ਾਹ। ਉਹ ਕਹਿੰਦੇ ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਤੇ ਗਿਆਨ ਹੁੰਦਾ ਹੈ। ਗਿਆਨ ਹੈ। ਹੁਣ ਦਸਮ ਦੇਖੋ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ। ਇਹ 'ਚ ਕੀ ਹੈ? ਗਿਆਨ ਹੈ, 'ਚ ਰੱਬੀ ਗਿਆਨ ਹੈ। ਗਿਆਨ ਹੀ ਮਨੁੱਖ ਨੂੰ ਗਾਈਡ ਕਰਦਾ ਹੈ, ਤੂੰ ਇਸ ਤਰ੍ਹਾਂ ਜੀਵਨ ਜਿਉ। ਕਹਿੰਦੇ ਗੁਰੂ ਸਰੀਰ ਨਹੀਂ ਹੁੰਦਾ, ਪਰ ਸੰਸਾਰ ਨੂੰ ਗਿਆਨ ਦੇਣ ਲਈ ਉਹ ਸਰੀਰ ਧਾਰਨ ਕਰਕੇ ਆਉਂਦਾ ਹੈ। ਵੈਸੇ ਉਹ ਸਰੀਰ ਨਹੀਂ ਹੁੰਦਾ, ਉਹ ਗਿਆਨ ਰੂਪ ਹੁੰਦਾ ਹੈ। ਇੱਕ ਕਹਿੰਦਾ ਨਹੀਂ ਜੀ ਤੁਸੀਂ ਤਾਂ ਸਰੀਰ ਹੋ। ਅੱਛਾ, ਗੁਰੂ ਮਹਾਰਾਜ ਖੜ੍ਹੇ ਹੋ ਗਏ, ਕਹਿੰਦੇ ਸਾਡਾ ਕਮਰ ਕੱਸਾ ਕੱਸ ਦੇ, ਢਿੱਲਾ ਹੈ। ਜਦੋਂ ਗੰਢ ਦੇ ਕੇ ਕੱਸਣ ਲੱਗਾ, ਕਮਰ ਕੱਸ ਉਹਦੇ ਹੱਥ 'ਚ ਆ ਗਿਆ। ਉਹ ਬੜਾ ਹੈਰਾਨ ਹੋਇਆ ਵੀ ਗੁਰੂ ਮਹਾਰਾਜ ਕਿੱਥੇ ਗਏ। ਫਿਰ ਗੁਰੂ ਮਹਾਰਾਜ ਦੇ ਲੱਕ ਦੁਆਲੇ ਲਪੇਟ ਕੇ ਫਿਰ ਗੰਢ ਦੇਣ ਲੱਗਾ, ਫਿਰ ਕਮਰ ਕੱਸਾ ਉਹਦੇ ਹੱਥ 'ਚ ਆ ਗਿਆ ਹੈ। ਉਹ ਫਿਰ ਮੰਨ ਗਿਆ ਵੀ ਹਾਂ ਵਾਕਈ ਕਹਿੰਦੇ ਗੁਰੂ ਸਰੀਰ ਨਹੀਂ ਹੁੰਦਾ, ਗਿਆਨ ਹੀ ਅਸਲ ਵਿੱਚ ਗੁਰੂ ਹੁੰਦਾ ਹੈ। ਇਸ ਲਈ ਸੰਸਾਰ ਦਾ ਸਭ ਤੋਂ ਪਹਿਲਾ ਗੁਰੂ ਪਰਮਾਤਮਾ ਹੋਇਆ। ਫਿਰ ਜਿਨ੍ਹਾਂ ਨੂੰ ਪਰਮਾਤਮਾ ਦਾ ਗਿਆਨ ਹੋ ਗਿਆ, ਉਹ ਅੱਗੇ ਅੱਗੇ ਗੁਰੂ ਹੋ ਗਏ। ਸਰੀਰ ਵਿੱਚ ਜਿਹੜਾ ਗਿਆਨ ਹੈ ਨਾ, ਅਸਲ 'ਚ ਉਹ ਗੁਰੂ ਹੁੰਦਾ, ਸਰੀਰ ਗੁਰੂ ਨਹੀਂ ਹੁੰਦਾ। ਸੰਤ ਜਿਹੜਾ ਹੈ, ਅੰਦਰ ਰੱਬੀ ਜਿਹੜਾ ਗਿਆਨ ਹੈ, ਉਸ ਕਾਰਨ ਉਹ ਗਿਆਨ ਕਾਰਨ ਸੰਤ ਹੈ, ਸਰੀਰ ਕਾਰਨ ਸੰਤ ਨਹੀਂ ਹੈ। ਅਸੀਂ ਉਹਨਾਂ ਕੋਲ ਜੋ ਗਿਆਨ ਹੈ ਉਹਦਾ ਸਤਿਕਾਰ ਕਰਦੇ ਹਾਂ, ਪਰ ਉਸ ਗਿਆਨ ਦੇ ਦੁਆਲੇ ਸਰੀਰ ਹੈ, ਇਸ ਲਈ ਸਰੀਰ ਦਾ ਸਤਿਕਾਰ ਕੀਤਾ ਜਾਂਦਾ ਹੈ। ਹੁਣ ਗੁਰੂ ਗ੍ਰੰਥ 'ਚ ਗਿਆਨ ਹੈ, ਬਾਣੀ ਹੈ, ਬਾਣੀ ਸਾਡਾ ਗੁਰੂ ਹੈ। ਅਸੀਂ ਬਾਣੀ ਨੂੰ ਮੱਥਾ ਟੇਕਦੇ ਹਾਂ, ਪਰ ਇਹ ਬਾਣੀ ਕਾਗਜ਼ਾਂ ਦੇ ਉੱਤੇ ਲਿਖੀ ਹੋਈ ਹੈ। ਉਹ ਕਾਗਜ਼ ਜਿਲਦ ਦੇ ਵਿੱਚ ਨੇ, ਉੱਤੇ ਰੁਮਾਲਾ ਸਾਹਿਬ ਦਿੱਤੇ ਹੋਏ ਨੇ। ਤੋ ਅਸੀਂ ਜਿਹੜਾ ਹੈ ਰੁਮਾਲਾ ਸਾਹਿਬ ਨੂੰ ਨਹੀਂ ਮੱਥਾ ਟੇਕ ਰਹੇ, ਨਾ ਮੰਜੀ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ, ਨਾ ਕੋਈ ਜਿਲਦ ਨੂੰ ਮੱਥਾ ਟੇਕ ਰਹੇ ਹਾਂ, ਨਾ ਕੋਈ ਕਾਗਜ਼ਾਂ ਨੂੰ ਮੱਥਾ ਟੇਕ ਰਹੇ ਹਾਂ। ਅਸੀਂ ਤਾਂ ਬਾਣੀ ਨੂੰ ਮੱਥਾ ਟੇਕ ਰਹੇ ਕਿ ਬਾਣੀ ਸਾਡਾ ਗੁਰੂ ਹੈ।
ਪਰ ਬਾਣੀ ਕਾਗਜ਼ਾਂ ਉੱਤੇ ਲਿਖੀ ਹੋਈ ਹੈ, ਇਸ ਲਈ ਕਾਗਜ਼ ਸਾਡੇ ਲਈ ਸਤਿਕਾਰਯੋਗ ਹੋ ਗਏ। ਇਸ ਤਰ੍ਹਾਂ ਪਰਮਾਤਮਾ ਨੂੰ ਕੋਈ ਛੋਹ ਨਹੀਂ ਸਕਦਾ, ਅਛੂਤ ਹੈ, ਕਿਉਂਕਿ ਉਹ ਸਰੀਰ ਨਹੀਂ ਹੈ। ਕਿ ਨਰਕੰਗ ਪ੍ਰਨਾਸ ਹੈ, ਤੂੰ ਨਰਕਾਂ ਦਾ ਨਾਸ ਕਰਨ ਵਾਲਾ। ਪ੍ਰਨਾਸ ਹੁੰਦਾ ਚੰਗੀ ਤਰ੍ਹਾਂ ਨਾਸ ਕਰਨ ਵਾਲਾ, ਤੂੰ ਨਰਕਾਂ ਦਾ ਵੀ ਨਾਸ ਕਰਨ ਵਾਲਾ। ਪ੍ਰਿਥਵਲ ਪ੍ਰਵਾਸ ਹੈ, ਸਾਰੀ ਧਰਤੀ 'ਤੇ ਤੇਰਾ ਵਸ ਹੈ, ਤੂੰ ਸਾਰੀ ਧਰਤੀ 'ਤੇ ਵਸਦਾ ਹੈ। ਫਿਰ ਸੁਣੋ, ਤ੍ਰਿਭੁਗਤ ਸਰੂਪ ਹੈ, ਤੇਰਾ ਜਿਹੜਾ ਸਰੂਪ ਹੈ ਉਹ ਤਿੰਨਾਂ ਲੋਕਾਂ ਦੇ ਪਦਾਰਥਾਂ ਨੂੰ ਭੋਗਣ ਵਾਲਾ ਹੈ। ਤਿੰਨਾਂ ਲੋਕਾਂ ਨੂੰ ਭੋਗਣ ਵਾਲਾ ਹੈ, ਪਰ ਤਿੰਨਾਂ ਲੋਕਾਂ ਦੇ ਪਦਾਰਥਾਂ ਨੂੰ ਭੋਗਣ ਵਾਲਾ ਹੈ। ਅਛਿਜ ਹੈ, ਤੂੰ ਨਾਸ਼ ਨਹੀਂ ਹੁੰਦਾ, ਤੂੰ ਨਾਸ਼ ਤੋਂ ਰਹਿਤ ਹੈ, ਭਾਵ ਤੂੰ ਅਵਿਨਾਸ਼ੀ ਹੈ। ਅਛੂਤ ਹੈ, ਤੂੰ ਅਛੋਹ ਹੈ, ਤੈਨੂੰ ਕੋਈ ਛੋਹ ਨਹੀਂ ਸਕਦਾ, ਤੈਨੂੰ ਕੋਈ ਟੱਚ ਨਹੀਂ ਕਰ ਸਕਦਾ। ਕਿ ਨਰਕ ਪ੍ਰਨਾਸ ਹੈ, ਤੂੰ ਨਰਕਾਂ ਦਾ ਵੀ ਨਾਸ ਕਰਨ ਵਾਲਾ ਹੈ। ਪ੍ਰਿਥਵਲ ਪ੍ਰਵਾਸ ਹੈ, ਤੂੰ ਸਾਰੀ ਧਰਤੀ 'ਤੇ ਰਹਿਣ ਵਾਲਾ ਹੈ। ਇਹ ਸਾਰੀ ਧਰਤੀ ਤੇਰੀ ਹੋਈ ਹੈ ਅਤੇ ਤੂੰ ਸਾਰੀ ਧਰਤੀ 'ਤੇ ਹੀ ਵਸਦਾ ਹੈ। ਐਸੀ ਕੋਈ ਥਾਂ ਨਹੀਂ ਧਰਤੀ 'ਤੇ ਜਿੱਥੇ ਪਰਮਾਤਮਾ ਨਹੀਂ ਵਸਦਾ। ਅੱਗੇ ਕਹਿੰਦੇ, ਨਿਰੁਕਤ ਪ੍ਰਭਾ ਹੈ, ਸदैवं ਸਦਾ ਹੈ, ਬੇਭੁਗਤ ਸਰੂਪ ਹੈ, ਪਰ ਜੁਗਤ ਅਨੂਪ ਹੈ। ਨਿਰੁਕਤ ਕੱਲ੍ਹ ਵੀ ਆਇਆ ਸੀ, ਜਿਸ ਨੂੰ ਕਥਨ ਨਾ ਕੀਤਾ ਜਾ ਸਕੇ, ਅਕਥ। ਨਿਰੁਕਤ ਪ੍ਰਭਾ ਹੈ, ਪ੍ਰਭਾ ਹੁੰਦੀ ਪ੍ਰਭਤਾ, ਵਡਿਆਈ। ਹੈ ਪਰਮਾਤਮਾ, ਜਿਹੜੀ ਤੇਰੀ ਵਡਿਆਈ ਹੈ ਨਾ, ਉਹ ਕਥਨ ਤੋਂ ਰਹਿਤ ਹੈ। ਤੇਰੀ ਵਡਿਆਈ ਕਥਨ ਨਹੀਂ ਕੀਤੀ ਜਾ ਸਕਦੀ, ਤੇਰੀ ਵਡਿਆਈ ਅਕਥ ਹੈ। ਸदैवं ਸਦਾ ਹੈ, ਤੂੰ ਸਦਾ ਰਹਿਣ ਵਾਲਾ ਹੈ। ਸदैवं ਸਦਾ ਹੈ, ਤੂੰ ਸਦਾ ਰਹਿਣ ਵਾਲਾ ਹੈ। ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ। ਇਹ ਤਾਂ ਅੱਜ ਹੈ, ਕੱਲ੍ਹ ਨੂੰ ਨਹੀਂ ਹੈ। ਅੱਜ ਅਸੀਂ ਹਾਂ, ਕੱਲ੍ਹ ਨੂੰ ਨਹੀਂ ਹੋਵਾਂਗੇ। ਪਰਮਾਤਮਾ ਸਦਾ ਹੀ ਰਹਿਣ ਵਾਲਾ ਹੈ। ਬੇਭੁਗਤ ਸਰੂਪ ਹੈ, ਬੇਭੁਗਤ ਸਰੂਪ ਹੈ। ਉੱਤੇ ਵੀ ਆਇਆ ਸੀ, ਉੱਤੇ ਤ੍ਰਿਭੁਗਤ ਸੀ, ਹੁਣ ਬੇਭੁਗਤ ਹੈ, ਚੰਗੀ ਤਰ੍ਹਾਂ ਭੋਗਣ ਵਾਲਾ। ਉਹ ਤ੍ਰਿਭੁਗਤ ਸੀ, ਤੂੰ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ ਹੈ। ਇਹ ਬੇਭੁਗਤ ਹੈ, ਤੂੰ ਚੰਗੀ ਤਰ੍ਹਾਂ ਭੋਗਣ ਵਾਲਾ ਹੈ। ਪਰ ਜੁਗਤ ਅਨੂਪ ਹੈ, ਪਰ ਜੁਗਤ ਅੰਦਰ ਚੰਗੀ ਤਰ੍ਹਾਂ ਜੁੜਿਆ ਹੋਇਆ ਹੋਵੇ। ਤੂੰ ਸੰਸਾਰ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਅਨੂਪ ਹੈ, ਪਰ ਤੂੰ ਉਪਮਾ ਤੋਂ ਰਹਿਤ ਹੈ। ਤੇਰੀ ਉਪਮਾ ਨਹੀਂ ਕੀਤੀ ਜਾ ਸਕਦੀ। ਉਪਮਾ ਵਡਿਆਈ ਨੂੰ ਕਹਿੰਦੇ ਨੇ। ਤੇਰੀ ਸਾਰੀ ਵਡਿਆਈ ਨਹੀਂ ਕੀਤੀ ਜਾ ਸਕਦੀ, ਤੂੰ ਅਨੂਪ ਹੈ। ਅਤੀ ਸੁੰਦਰ ਨੂੰ ਵੀ ਅਨੂਪ ਕਹਿੰਦੇ ਨੇ। ਇੱਥੇ ਨਾ ਉਪਮਾ ਤੋਂ ਰਹਿਤ, ਵਡਿਆਈ ਤੋਂ ਰਹਿਤ। ਵਡਿਆਈ ਕਰਨ ਲਈ ਵੀ ਦੱਸਣਾ ਪੈਂਦਾ ਹੈ ਵੀ ਇਹੋ ਜਿਹਾ ਜੀ, ਉਹਦੇ ਤੋਂ ਚੰਗਾ ਜੀ। ਇਸ ਲਈ ਪਰਮਾਤਮਾ ਅਨੂਪ ਹੈ, ਉਪਮਾ ਤੋਂ ਰਹਿਤ ਹੈ। ਉਹਦੀ ਸਾਰੀ ਵਡਿਆਈ ਨਹੀਂ ਕੀਤੀ ਜਾ ਸਕਦੀ। ਫਿਰ ਦੇਖੋ, ਨਿਰੁਕਤ। ਨਿਰੁਕਤ ਹੁੰਦਾ ਕਥਨ ਤੋਂ ਰਹਿਤ, ਅਕਥ ਜਿਹਨੂੰ ਕਹਿੰਦੇ। ਹੇ ਪਰਮਾਤਮਾ, ਪ੍ਰਭਾ, ਪ੍ਰਭਤਾ, ਪ੍ਰਭੂ ਗੁਣ, ਵਡਿਆਈ ਭਾਵ। ਹੇ ਪਰਮਾਤਮਾ, ਤੇਰੀ ਜਿਹੜੀ ਵਡਿਆਈ ਹੈ ਨਾ, ਪ੍ਰਭਤਾ ਹੈ, ਇਹ ਕਥਨ ਤੋਂ ਰਹਿਤ ਹੈ। ਇਹ ਕਥਨ ਨਹੀਂ ਕੀਤੀ ਜਾ ਸਕਦੀ। ਅਸੀਂ ਥੋੜ੍ਹੀ ਬਹੁਤੀ ਤਾਂ ਪਰਮਾਤਮਾ ਦੀ ਵਡਿਆਈ ਦੱਸ ਸਕਦੇ ਹਾਂ, ਪਰ ਪਰਮਾਤਮਾ ਹੁਣ ਕਿੱਡਾ ਵੱਡਾ ਹੈ ਇਹ ਕਿਸੇ ਨੂੰ ਪਤਾ ਹੀ ਨਹੀਂ। ਇਸ ਲਈ ਉਹਦੀ ਸਾਰੀ ਵਡਿਆਈ ਕੋਈ ਨਹੀਂ ਕਰ ਸਕਦਾ। ਇਸ ਲਈ ਦਸਮ ਪਾਤਸ਼ਾਹ ਕਹਿੰਦੇ, ਹੇ ਪਰਮਾਤਮਾ, ਤੂੰ ਨਿਰੁਕਤ ਪ੍ਰਭਾ ਹੈ, ਤੇਰੀ ਵਡਿਆਈ ਕਥਨ ਤੋਂ ਰਹਿਤ ਹੈ, ਅਕਥ ਹੈ। ਸदैवं ਸਦਾ ਹੈ, ਤੂੰ ਸਦਾ ਰਹਿਣ ਵਾਲਾ ਹੈ।
ਬੇਭੁਗਤ ਸਰੂਪ ਹੈ, ਤੂੰ ਚੰਗੀ ਤਰ੍ਹਾਂ ਭੋਗਣ ਵਾਲਾ ਹੈ। ਬੇਭੁਗਤ ਚੰਗੀ ਤਰ੍ਹਾਂ ਭੋਗਣ ਵਾਲਾ ਹੈ, ਪਰ ਜੁਗਤ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਅਨੂਪ ਹੈ, ਉਪਮਾ ਤੋਂ ਰਹਿਤ ਹੈ। ਫਿਰ ਅੱਗੇ ਕਹਿੰਦੇ ਨਿਰੁਕਤ ਸਦਾ ਹੈ, ਬੇਭੁਗਤ ਪ੍ਰਭਾ ਹੈ। ਅਨਉਕਤ ਸਰੂਪ ਹੈ, ਪਰ ਜੁਗਤ ਅਨੂਪ ਹੈ। ਬਹੁਤ ਸਾਰੇ ਸ਼ਬਦ ਵਾਰੀ ਵਾਰੀ 'ਚ ਦੁਹਰਾਏ ਗਏ ਨੇ, ਇਸ ਲਈ ਥੋੜ੍ਹਾ ਜਿਹਾ ਫਿਰ ਸੌਖਾ ਨੇ ਸਮਝਣ 'ਚ, ਕਿ ਵਾਰੀ ਵਾਰੀ ਉਹ ਸ਼ਬਦ ਆ ਰਹੇ ਨੇ। ਨਿਰੁਕਤ ਸਦਾ ਹੈ, ਹੁਣ ਉੱਪਰ ਵੀ ਹੈ ਨਿਰੁਕਤ। ਅਗਰ ਮੀਨਿੰਗ ਆ ਜਾਏਗਾ ਵੀ ਕਥਨ ਤੋਂ ਰਹਿਤ, ਤਾਂ ਫਿਰ ਇੱਥੇ ਆਪਾਂ ਨਿਰੁਕਤ ਸਦਾ ਹੈ। ਇਹ ਪਰਮਾਤਮਾ ਤੂੰ ਤੇ ਸਦਾ ਹੀ ਕਥਨ ਤੋਂ ਰਹਿਤ ਹੈ, ਤੇਰੇ ਬਾਰੇ ਕਥਨ ਨਹੀਂ ਕੀਤਾ ਜਾ ਸਕਦਾ, ਤੂੰ ਸਦਾ ਹੀ ਅਕਥ ਹੈ। ਬੇਭੁਗਤ ਪ੍ਰਭਾ ਹੈ, ਤੂੰ ਆਪਣੀ ਪ੍ਰਭਤਾ ਨੂੰ, ਵਡਿਆਈ ਨੂੰ ਚੰਗੀ ਤਰ੍ਹਾਂ ਭੋਗਣ ਵਾਲਾ ਹੈ। ਬੇਭੁਗਤ ਹੁੰਦਾ ਚੰਗੀ ਤਰ੍ਹਾਂ ਭੋਗਣ ਵਾਲਾ। ਤੂੰ ਆਪਣੀ ਪ੍ਰਭਤਾ ਨੂੰ, ਆਪਣੀ ਵਡਿਆਈ ਨੂੰ, ਆਪਣੀ ਸ਼ੋਭਾ ਨੂੰ ਚੰਗੀ ਤਰ੍ਹਾਂ ਭੋਗਣ ਵਾਲਾ ਹੈ। ਅਨਉਕਤ ਸਰੂਪ ਹੈ। ਜੋ ਨਿਰੁਕਤ ਦਾ ਅਰਥ ਹੈ ਨਾ, ਉਹੀ ਅਨਉਕਤ ਦਾ ਹੈ। ਅਨਉਕਤ ਕਥਨ ਤੋਂ ਰਹਿਤ। ਹੇ ਪਰਮਾਤਮਾ, ਤੇਰਾ ਸਰੂਪ ਕਥਨ ਤੋਂ ਰਹਿਤ ਹੈ, ਭਾਵ ਤੇਰੇ ਸਰੂਪ ਬਾਰੇ ਕੋਈ ਕਥਨ ਨਹੀਂ ਕਰ ਸਕਦਾ। ਤੇਰਾ ਸਰੂਪ ਅਕਥ ਹੈ, ਪਰ ਜੁਗਤ ਅਨੂਪ ਹੈ। ਤੂੰ ਸਾਰਿਆਂ ਨਾਲ ਜੁੜਿਆ ਹੋਇਆ ਹੈ, ਪਰ ਤੂੰ ਉਪਮਾ ਤੋਂ ਰਹਿਤ ਹੈ। ਅਨੂਪ ਹੈ, ਉਪਮਾ ਤੋਂ ਰਹਿਤ ਹੈ। ਤੇਰੀ ਵਡਿਆਈ ਨਹੀਂ ਕੀਤੀ ਜਾ ਸਕਦੀ। ਫਿਰ ਦੇਖੋ ਨਿਰੁਕਤ ਸਦਾ ਹੈ, ਤੂੰ ਸਦਾ ਅਕਥ ਹੈ, ਭਾਵ ਤੇਰਾ ਕਥਨ ਨਹੀਂ ਕੀਤਾ ਜਾ ਸਕਦਾ। ਬੇਭੁਗਤ ਪ੍ਰਭਾ ਹੈ, ਬੇਭੁਗਤ ਚੰਗੀ ਤਰ੍ਹਾਂ ਭੋਗਣ ਵਾਲਾ। ਪ੍ਰਭਾ ਮੈਨੇ ਪ੍ਰਭਤਾ, ਵਡਿਆਈ, ਸ਼ੋਭਾ। ਤੂੰ ਆਪਣੀ ਪ੍ਰਭਤਾ ਨੂੰ, ਆਪਣੀ ਵਡਿਆਈ, ਸ਼ੋਭਾ ਨੂੰ ਚੰਗੀ ਤਰ੍ਹਾਂ ਭੋਗਣ ਵਾਲਾ ਹੈ। ਅਨਉਕਤ ਸਰੂਪ ਹੈ, ਤੂੰ ਕਥਨ ਤੋਂ ਰਹਿਤ ਹੈ, ਪਰ ਜੁਗਤ ਅਨੂਪ ਹੈ। ਤੂੰ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ ਅਤੇ ਅਨੂਪ ਹੈ। ਅੱਗੇ ਕਹਿੰਦੇ ਚਾਚਰੀ ਛੰਦ। ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ। ਅਭੰਗ, ਭੰਗ ਹੁੰਦਾ ਟੁੱਟਣਾ, ਕਿ ਪ੍ਰਾਣ ਦਾ ਅੰਗ ਭੰਗ ਹੋ ਗਿਆ, ਅੰਗ ਟੁੱਟ ਗਿਆ, ਕੋਈ ਐਕਸੀਡੈਂਟ ਹੋਇਆ, ਕੋਈ ਅੰਗ ਟੁੱਟ ਗਿਆ, ਕਹਿੰਦੇ ਅੰਗ ਭੰਗ ਹੋ ਗਿਆ, ਟੁੱਟ ਗਿਆ। ਅਭੰਗ ਹੈ, ਤੂੰ ਅਟੁੱਟ ਹੈ। ਅਨੰਗ ਹੈ, ਤੇਰਾ ਕੋਈ ਅੰਗ ਨਹੀਂ ਹੈ, ਤੂੰ ਅੰਗਾਂ ਤੋਂ ਰਹਿਤ ਹੈ। ਅਨੰਗ ਆਨ ਅੰਗ, ਆਨ ਮੈਨੇ ਬਿਨਾ, ਤੂੰ ਅੰਗਾਂ ਤੋਂ ਬਿਨਾ ਹੈ। ਅਭੇਖ ਹੈ, ਤੇਰਾ ਕੋਈ ਭੇਖ ਨਹੀਂ ਹੈ, ਤੂੰ ਭੇਖ ਤੋਂ ਰਹਿਤ ਹੈ। ਤੇਰਾ ਕੋਈ ਵਿਸ਼ੇਸ਼ ਪਹਿਰਾਵਾ ਨਹੀਂ, ਤੇਰਾ ਕੋਈ ਵਿਸ਼ੇਸ਼ ਭੇਖ ਨਹੀਂ, ਤੂੰ ਭੇਖ ਹੈ। ਤੂੰ ਭੇਖਾਂ ਤੋਂ ਰਹਿਤ ਹੈ। ਅਲੇਖ ਹੈ, ਸਾਡੇ ਮੱਥੇ 'ਤੇ ਲੇਖ ਲਿਖੇ ਹੋਏ ਨੇ। ਪਰਮਾਤਮਾ ਲੇਖ ਹੈ, ਉਹਦੇ 'ਤੇ ਕੋਈ ਲੇਖ ਨਹੀਂ ਲਿਖਿਆ ਹੋਇਆ। ਸਾਡੇ ਮੱਥੇ ਜਿਹੜੇ ਲੇਖ ਲਿਖੇ ਨੇ, ਅਸੀਂ ਉਹ ਭੋਗ ਰਹੇ ਹਾਂ। ਚਾਹੇ ਹੱਸ ਕੇ ਭੋਗ ਲਓ, ਚਾਹੇ ਰੋ ਕੇ ਭੋਗ ਲਓ, ਉਹ ਭੋਗਣੇ ਪੈਣੇ ਨੇ, ਉਹ ਭੋਗਣੇ ਪੈਣੇ ਨੇ। ਚੀਂ ਕਰੋ, ਫੀ ਕਰੋ, ਇਹ ਤੇ ਭੋਗਣੇ ਪੈਣੇ ਨੇ। ਇਸ ਲਈ ਜਿਹੜੇ ਸਿਆਣੇ ਨੇ, ਉਹ ਦੁੱਖ ਆਉਂਦਾ, ਸੁੱਖ ਆਉਂਦਾ, ਉਹਨਾਂ ਨੂੰ ਗਿਆਨ ਹੁੰਦਾ ਕਿ ਜਿਹੜਾ ਦੁੱਖ ਹੈ ਇਹ ਵੀ ਮੇਰੇ ਮਾੜੇ ਕਰਮਾਂ ਕਾਰਨ ਆਇਆ, ਸੁੱਖ ਹੈ ਇਹ ਵੀ ਮੇਰੇ ਚੰਗੇ ਕਰਮਾਂ ਕਾਰਨ ਆਇਆ। ਮੈਂ ਹੀ ਸੁੱਖ ਅਤੇ ਦੁੱਖ ਦਾ ਕਾਰਨ ਹਾਂ। ਕੋਈ ਮੈਨੂੰ ਦੁੱਖ ਨਹੀਂ ਦੇ ਰਿਹਾ, ਕੋਈ ਮੈਨੂੰ ਸੁੱਖ ਨਹੀਂ ਦੇ ਰਿਹਾ। ਮੇਰੇ ਆਪਣੇ ਹੀ ਕਰਮਾਂ 'ਚ ਦੁੱਖ ਲਿਖਿਆ ਸੀ, ਮੈਂ ਭੋਗ ਰਿਹਾ, ਸੁੱਖ ਲਿਖਿਆ ਸੀ, ਉਹ ਮੈਂ ਭੋਗ ਰਿਹਾ। ਅਮੀਰੀ, ਗਰੀਬੀ, ਦੁੱਖ, ਸੁੱਖ, ਤੰਦਰੁਸਤੀ, ਬਿਮਾਰੀ, ਵਡਿਆਈ, ਬਦਨਾਮੀ, ਇਹ ਪਹਿਲੇ ਲਿਖੀ ਹੁੰਦੀ ਹੈ, ਪਹਿਲੇ ਲਿਖੀ ਹੁੰਦੀ। ਸਾਡੇ ਇੱਕ ਟੀਚਰ ਸੀ,
ਕਿ ਜੈਮਲ ਸਿੰਘ ਤੁਹਾਨੂੰ ਮੇਰੇ ਨਾਲ ਕੰਮ ਕਰਦੇ 17-18 ਸਾਲ ਹੋ ਗਏ। ਮੈਂ ਦੇਖੋ ਪੜ੍ਹਾਉਣਾ, ਮੇਰਾ ਰਿਜ਼ਲਟ ਵੀ ਠੀਕ ਹੈ, ਪਰ ਪਿੰਡ 'ਚ ਕਿਸੇ ਨੂੰ ਪੁੱਛੋ ਮੇਰਾ ਨਾਂ ਲੈ ਕੇ ਵੀ ਕਹਿੰਦੇ ਉਹ ਤਾਂ ਨਲਾਇਕ ਟੀਚਰ ਹੈ। ਕਹਿੰਦੇ ਕਿਸੇ ਨੂੰ ਪੁੱਛ ਕੇ ਵੇਖ ਲਓ, ਉਹ ਕਹਿੰਦੇ ਇਹ ਤਾਂ ਨਲਾਇਕ ਟੀਚਰ ਹੈ। ਮੈਂ 10-12 ਨੂੰ ਪੁੱਛਿਆ, ਕਹਿੰਦੇ ਉਹ ਤਾਂ ਨਲਾਇਕ ਹੈ ਜੀ। ਮੈਂ ਬੜਾ ਹੈਰਾਨ ਹੋਇਆ। ਫਿਰ ਮੈਂ ਉਹਨੂੰ ਕਿਹਾ ਵੀ ਤੂੰ ਸੱਚੋ ਸੱਚ ਦੱਸ, ਗੱਲ ਤੇ ਕੋਈ ਜ਼ਰੂਰ ਹੈ, ਤੂੰ ਇੱਥੇ ਮੇਰੇ ਆਉਣ ਤੋਂ ਪਹਿਲਾਂ ਦਾ ਲੱਗਾ ਹੋਇਆ ਹੈ, ਪਹਿਲਾਂ ਤੂੰ ਕੀ ਰੰਗ ਲਾਉਂਦਾ ਸੀ? ਤੂੰ ਤੇ ਮੈਂ ਬੇਟਾ ਸੱਚੋ ਸੱਚ ਦੱਸ। ਕਹਿੰਦਾ ਮੈਂ ਪਹਿਲਾਂ ਵਾਕਈ ਨਲਾਇਕ ਸੀ, ਮੈਂ ਘਰ ਹੀ ਬੈਠਾ ਰਹਿੰਦਾ ਸੀ, ਕਲਾਸ ਲਾਉਂਦਾ ਨਹੀਂ ਸੀ। ਪ੍ਰਿੰਸੀਪਲ ਤੰਗ ਆ ਕੇ ਕਲਾਸ ਨੂੰ ਮੇਰੇ ਘਰ ਭੇਜ ਦਿਆ ਕਰਦਾ ਸੀ ਵੀ ਜਾਓ ਉੱਥੇ ਜਾਓ ਤੁਸੀਂ, ਵੀ ਆਪੇ ਸ਼ਰਮਿੰਦਾ ਹੋਵੇਗਾ। ਇਸ ਲਈ ਕਹਿੰਦਾ ਮੈਂ ਬਦਨਾਮ ਹੋ ਗਿਆ। ਮੈਂ ਬਸ ਫਿਰ ਸਿਆਣੇ ਕਿ ਬਦ ਨਾਲੋਂ ਬਦਨਾਮ ਬੁਰਾ ਹੈ। ਤੂੰ ਹੁਣ ਸੁਧਰ ਗਿਆ ਹੈ, ਪਰ ਜਿਹੜਾ ਤੇਰੇ 'ਤੇ ਕਲੰਕ ਲੱਗ ਗਿਆ ਨਾ ਪਹਿਲਾਂ ਦਾ, ਉਹ ਹੁਣ ਪੁਰਾਣੇ ਬੰਦੇ ਤਾਂ ਉਸੇ ਤਰੀਕੇ ਦੇ ਹਾਂ ਨਵੇਂ ਕਹਿਣੋਂ ਹਟ ਗਏ ਨੇ। ਸੋ ਜਿਹੜੀ ਵਡਿਆਈ ਹੋ ਰਹੀ ਹੈ ਉਹ ਵੀ ਆਪਣੇ ਹੀ ਗੁਣਾਂ ਕਾਰਨ ਹੋ ਰਹੀ ਹੈ, ਬਦਨਾਮੀ ਹੋ ਰਹੀ ਹੈ ਆਪਣੇ ਵੀ ਕਾਰਨਾਮਿਆਂ ਕਾਰਨ ਹੋ ਰਹੀ। ਗਰੀਬੀ ਹੈ, ਇਹ ਵੀ ਅਸੀਂ ਐਸੇ ਕਰਮ ਕੀਤੇ ਜਿਹਨਾਂ ਦਾ ਨਤੀਜਾ ਹੁਣ ਗਰੀਬੀ ਹੈ। ਅਸਲ ਸਾਨੂੰ ਪਿਛਲਾ ਜੀਵਨ ਯਾਦ ਨਹੀਂ ਹੈ, ਪਤਾ ਨਾ ਹੋਣ ਕਰਕੇ ਅਸੀਂ ਦੁਖੀ ਹੁੰਦੇ ਰਹਿੰਦੇ। ਜੇ ਕਿਤੇ ਪਤਾ ਹੋਵੇ ਔਰ ਕਹ ਠੀਕ ਹੈ ਪਰ ਮੈਂ ਕੀਤਾ ਭੋਗੀ ਜਾ। ਗੁਰੂਆਂ ਦੀ ਸਾਧੂਆਂ ਦੀ ਗੱਲ 'ਤੇ ਸਾਨੂੰ ਵਿਸ਼ਵਾਸ ਨਹੀਂ ਹੈਗਾ। ਉਹ ਕਹਿੰਦੇ ਨੇ ਵੀ ਤੁਸੀਂ ਆਪਣੇ ਹੀ ਕਰਮ ਭੋਗ ਰਹੇ ਹੋ, ਉਹ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਇਸ ਗੱਲ 'ਤੇ। ਜੇ ਵਿਸ਼ਵਾਸ ਆ ਜੇ ਫਿਰ ਤਾਂ ਗੱਲ ਹੀ ਖਤਮ ਹੋ ਗਈ। ਜਿਨ੍ਹਾਂ ਨੂੰ ਵਿਸ਼ਵਾਸ ਹੈ ਉਹ ਪਰਮਾਤਮਾ ਨੂੰ ਕਹਿੰਦੇ ਜੇ ਦੁੱਖ ਦੇਂ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ। ਹੇ ਪਰਮਾਤਮਾ ਜੇ ਤੂੰ ਦੁੱਖ ਦੇਵੇਂਗਾ ਤੈਨੂੰ ਤਾਂ ਵੀ ਯਾਦ ਕਰਾਂਗਾ, ਜੇ ਸੁੱਖ ਦੇਵੇਂਗਾ ਤਾਂ ਵੀ ਯਾਦ ਕਰਾਂਗਾ। ਕਿਉਂਕਿ ਉਹਨਾਂ ਨੂੰ ਗਿਆਨ ਹੈ ਕਿ ਦੁੱਖ ਸੁੱਖ ਉਹਨਾਂ ਦੇ ਆਪਣੇ ਕਰਮਾਂ ਕਾਰਨ, ਇਸ ਲਈ ਪਰਮਾਤਮਾ ਨਾਮ ਜਪਦੇ ਰਹਿੰਦੇ ਨੇ। ਭਗਤ ਤ੍ਰਿਲੋਚਨ ਦੀ ਘਰ ਵਾਲੀ ਨਾਰਾਜ਼ ਹੈ, ਅਵਾ ਤਵਾ ਬੋਲਦੀ ਹੈ, ਤੂੰ ਰਾਮ ਰਾਮ ਸਾਰਾ ਦਿਨ ਕਰਦਾ ਰਹਿਣਾ, ਤੈਨੂੰ ਰਾਮ ਨੇ ਕੀ ਦਿੱਤਾ? ਜਵਾਕ ਭੁੱਖੇ ਮਾਰੇ ਨੇ, ਘਰ ਖਾਣ ਨੂੰ ਹੈ ਨਹੀਂ, ਲੱਗਿਆ ਰਾਮ ਰਾਮ ਕਰਨ। ਬੋਲੀ ਗਈ ਉਹ ਆਪਣੇ ਥਾਂ 'ਤੇ ਠੀਕ ਸੀ ਵਿਚਾਰੀ। ਭਗਤ ਜੀ ਆਪਣੇ ਥਾਂ 'ਤੇ ਠੀਕ ਸਨ, ਉਹ ਆਪਣੇ ਥਾਂ 'ਤੇ ਠੀਕ ਸੀ। ਭਗਤ ਜੀ ਨੂੰ ਤਾਂ ਗਿਆਨ ਸੀ, ਉਹਨੂੰ ਵਿਚਾਰੀ ਨੂੰ ਗਿਆਨ ਨਹੀਂ ਸੀ। ਕਾਏ ਨਿੰਦਸ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰਹੀ। ਹੇ ਮੂਰਖੇ ਕਿਉਂ ਕਹਿ ਰੱਬ ਨੂੰ ਅਵਾ ਤਵਾ ਬੋਲੀ ਜਾਨੀ? ਇਹ ਦੁੱਖ ਸੁੱਖ ਤੇਰੇ ਕਰਮਾਂ ਦਾ ਹੈ। ਗਰੀਬੀ ਮਿਲੀ ਹੈ, ਕਰਮ ਹੀ ਐਸੇ ਨੇ ਜਿਸ ਕਹੇ ਗਰੀਬੀ ਮਿਲ ਗਈ। ਹਾਂ ਹੁਣ ਨਾਮ ਜਪਦੇ ਹਾਂ, ਹੌਲੀ 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 ਗੱਲ ਬਣ ਜਾਏਗੀ। ਇਸ ਲਈ ਨਾ ਪਤਾ ਹੋਣ ਕਰਕੇ ਬੰਦਾ ਮੈਂ ਦੇਖਿਆ ਜ਼ਿਆਦਾ ਦੁਖੀ ਹੁੰਦਾ ਹੈ। ਜੇ ਕਿਤੇ ਕੋਈ ਸਿਆਣਾ ਜੋਤਸ਼ੀ ਜਾਂ ਕੋਈ ਮਹਾਂਪੁਰਖ ਨੂੰ ਦੱਸ ਦੇ ਕਿ ਤੇਰੇ ਫਲਾਣੇ ਕਰਮਾਂ ਕਾਰਨ ਆਹ ਦੁੱਖ ਹੈ, ਫਲਾਣੇ ਕਰਮਾਂ ਕਾਰਨ ਆਹ ਦੁੱਖ ਹੈ, ਫਿਰ ਬੰਦਾ ਟਿਕਿਆ ਰਹਿੰਦਾ ਹੈ। ਫਿਰ ਸ਼ਾਇਦ ਉਹਨੂੰ ਵਿਸ਼ਵਾਸ ਹੋ ਜਾਏ। ਨਹੀਂ ਤਾਂ ਕੋਈ ਕਹਿੰਦਾ ਸਾਡਾ ਸਿਸਟਮ ਠੀਕ ਨਹੀਂ ਹੈ, ਕੋਈ ਕਹਿੰਦਾ ਸਾਡੀ ਸਰਕਾਰ ਨਲਾਇਕ ਹੈ, ਸਾਡਾ ਬੇਇਨਸਾਫੀ ਹੋ ਰਹੀ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਸਰਕਾਰਾਂ 'ਤੇ ਵੀ ਬੜਾ ਨਿਰਭਰ ਕਰਦਾ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਵਧੀਆ ਸਰਕਾਰਾਂ ਲੋਕਾਂ ਨੂੰ ਸੁੱਖ ਦਿੰਦੀਆਂ ਨੇ, ਘਟੀਆ ਸਰਕਾਰਾਂ ਲੋਕਾਂ ਨੂੰ ਕੁੱਟਦੀਆਂ ਨੇ। ਕਈ ਵਾਰੀ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਹੀ ਸਰਕਾਰ ਨੂੰ ਚੁਣਿਆ ਅਤੇ ਸਾਨੂੰ ਹੀ ਸਰਕਾਰ ਕੁੱਟਦੀ ਹੈ। ਵੇਖੋ ਲੋਕ ਸਰਕਾਰ ਨੂੰ ਚੁਣਦੇ ਨੇ, ਸਰਕਾਰ ਹੀ ਲੋਕਾਂ ਨੂੰ ਪੁਲਿਸ ਰਾਹੀਂ ਫਿਰ ਕੁੱਟਦੀ ਹੈ। ਕਿਆ ਅਜੀਬ ਤਮਾਸ਼ਾ ਹੈ, ਕਿਆ ਅਜੀਬ ਤਮਾਸ਼ਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਚੁਣੋ, ਜਿਨ੍ਹਾਂ ਦੇ ਗਲਾਂ 'ਚ ਤੁਸੀਂ ਹਾਰ ਪਾਓ, ਸਮਾਂ ਪਾ ਕੇ ਪੁਲਿਸ ਰਾਹੀਂ ਉਹੀ ਤੁਹਾਨੂੰ ਕਟਵਾਉਣ ਹੁੰਦੀ। ਸੋ ਇਸ ਲਈ ਉਹ ਜਿਹੜੇ ਕਹਿੰਦੇ ਨੇ ਵੀ ਸਿਸਟਮ ਠੀਕ ਹੈ, ਉਹ ਆਪਣੀ ਥਾਂ 'ਤੇ ਵੀ ਠੀਕ ਹਨ। ਗੁਰੂ ਮਹਾਰਾਜ ਕੀ ਕਹਿੰਦੇ, ਅਭੰਗ ਹੈ, ਹੇ ਪਰਮਾਤਮਾ ਤੂੰ ਅਟੁੱਟ ਹੈ, ਅਨੰਗ ਹੈ, ਤੂੰ ਅੰਗਾਂ ਤੋਂ ਰਹਿਤ ਹੈ,
अभेख हैं, तू भेख तो रहत है, तेरा कोई विशेष पहरावा कोई नहीं तेरा। अलेख हैं, तू लेखा तो रहत है, तेरे कोई लेख नहीं लिखे ਜਿਹੜੇ तू भोगने ने। लेख तो साढ़े लिखे ने, लिखे जो लेख मथे ते मिटाया नहीं मिटते, हम कहावत है। लेख न मिट ही है सखी, जो लिखिया करतार। जो परमात्मा ने लेख लिखता ना हे सखीए, ਉਹ नहीं मिटदा। ਉਹਨੂੰ ਮਿਟਾਉਣ ਲਈ ਬੜੀ ਭਜਨ ਬੰਦਗੀ ਦੀ ਲੋੜ ਹੁੰਦੀ ਹੈ। अपरम हैं, अकर्म हैं, अनाद हैं, जुगाद हैं। अपरम हैं, तू भरमा तो रहत है। मनुख तो किसी न किसी भरम च फसिया रहता है। भरम करके डर है, भरम कारण ही डर है। मुझे कोई डर नहीं, भरम है मैनू कोई मार ना देवे, डर है किते मैनू करोना ना हो जाए, डर है करोना पता नहीं होना है कि नहीं होना है, पर डर पहले रहे भी किते मैनू करोना ना हो जाए। जिन्हां नूं होना है उन्हां नूं हो ही जाना है। जिन्हां दी मौत करोना नाल लिखी है ना, उन्हां करोना नाल ही मरना है। तो जिहदी मौत होर किसी ढंग नाल होनी है, उसने होर किसी ढंग नाल करना। वो जिवें एक बंदा सी, उन्हें लगे जुकाम, वो डॉक्टर को चले गए। डॉक्टर ने तेन करोना फड़ के अंदर करता। वो है सी किसी बड़े अफसर का ड्राइवर, वो तो जुकाम दी वो अपना मोबाइल करके घर छड़ गया भी मैं दवाई लाया मैं जुकाम दी, उन्होंने फड़ के अंदर करता भी तेनू करोना है। उन्हें रात को किसी तो मोबाइल लैके ਜਿਹੜੇ ਹੋਰ ਅੰਦਰ ਡੱਕੇ ਹੋਏ ਸਨ ਆਪਣੇ ਅਫਸਰ ਨੂੰ ਕਿਹਾ ਵੀ ਮੈਨੂੰ ਕੁਛ ਨਹੀਂ ਹੈ, ਮੈਂ ਤਾਂ ਜ਼ੁਕਾਮ ਦੀ, ਮੈਨੂੰ ਇਹਨੇ ਫੜ ਕੇ ਅੰਦਰ ਕਰਤਾ। ਉਹ ਅਫਸਰ ਵੱਡਾ ਸੀ, ਉਹ ਕਹਿੰਦਾ ਵੀ ਕੀ ਗੱਲ ਬਈ ਸਾਡਾ ਬੰਦਾ ਚੰਗਾ ਪਰ ਤੁਸੀਂ ਫੜ ਕੇ ਨੂੰ ਅੰਦਰ ਕੀਤਾ ਹੋਇਆ ਹੈ। ਅਗਲੇ ਦਿਨ ਫਿਰ ਟੈਸਟ ਹੋਇਆ, ਹਾਂ ਕਹਾ ਜੀ ਰਿਪੋਰਟ ਨਾ ਨੈਗੇਟਿਵ ਹੈ, ਜਾਓ ਜੀ। ਹਾਂ ਦੱਸ, ਇਸ ਲਈ ਲੋਕ ਜਾਂਦੇ ਹੀ ਨਹੀਂ ਹੁਣ ਸਰਕਾਰੀ ਹਸਪਤਾਲ 'ਚ। ਵੀ ਇਹਨਾਂ ਦਾ ਕੀ ਹੈ, ਖੰਘ ਲੱਗੀ ਚੱਲ ਬਈ ਤੈਨੂੰ ਕਰੋਨਾ, ਜ਼ੁਕਾਮ ਲੱਗਾ ਚੱਲ ਵੀ ਤੈਨੂੰ ਕਰੋਨਾ, ਜੇ ਬੁਖਾਰ ਵਿਚਾਰੇ ਮਲੇਰੀਆ ਕਾਰਨ ਚੜ੍ਹ ਗਈ ਤਾਂ ਚੱਲ ਵੀ ਤੈਨੂੰ ਕਰੋਨਾ। ਔਲਾ ਜਾਂਦੇ ਨਹੀਂ ਸਰਕਾਰੀ, ਔਲਾ ਕਹਿੰਦਾ ਕਮਿਸਟਰ ਤੋਂ ਹੀ ਦਵਾਈ ਲੈ ਲਓ। ਜੇ ਮੈਨੂੰ ਇੱਕ ਬੰਦਾ ਕਹਿੰਦਾ, ਮੈਨੂੰ ਕਹਿੰਦਾ 10-12 ਦਿਨ ਹੋ ਗਏ ਖੰਘ ਲੱਗੇ, ਮੈਂ ਸੁਣ ਲੈ ਮੇਰੀ ਗੱਲ, ਹਸਪਤਾਲ ਨਾ ਜਾਈ, ਤੈਨੂੰ ਫੜ ਕੇ ਅੰਦਰ ਕਰ ਦੇਣਾ ਉਹਨਾਂ ਨੇ। ਕਮਿਸਟਰ ਤੋਂ ਦਵਾਈ ਲੈ ਲਾ, ਕਮਿਸਟਰਾਂ ਨੂੰ ਸਾਰਾ ਗਿਆਨ ਹੁੰਦਾ। 7-8 ਦਿਨ ਦਵਾਈ ਕਦੇ ਠੀਕ ਠਾਕ ਹੋ ਗਏ, ਕਹਿੰਦੇ ਬਾਬਾ ਜੀ ਹਾਂ ਚੰਗਾ ਤੂੰ ਕਿ ਮੈਂ ਹਾਂ ਹੁਣ ਤਾਂ ਉਹ ਤਾਂ ਭਾਲਦੇ ਨੇ ਵੀ ਆ ਜਰਾ ਤੈਨੂੰ ਅਸੀਂ ਕਰੀਏ ਤੈਨੂੰ ਅੰਦਰ। ਫਿਰ ਕਹਿਣਗੇ ਅਸੀਂ ਜੀ ਬਚਾ ਦਿੱਤਾ ਹੈ, 25 ਨੂੰ ਫੜ ਕੇ ਅੰਦਰ ਕੀਤਾ, 24 ਬਚ ਗਏ, ਅਸੀਂ ਇਹਨਾਂ ਬਚਾ ਤਾ। ਪੁੱਛਿਆ ਉਹਨਾਂ ਨੂੰ, ਪੁੱਛਿਆ ਤੁਸੀਂ ਕਾਹਦੇ ਨਾਲ ਬਚਾਤਾ? ਦਵਾਈ ਤਾਂ ਕੋਈ ਨਿਕਲੀ ਨਹੀਂ। ਦਵਾਈ ਤਾਂ ਨਿਕਲੀ ਕੋਈ ਨਹੀਂ, ਤੁਸੀਂ ਕਾਹਦੇ ਨਾਲ ਬਚਾਤਾ ਵੀ ਉਹਨਾਂ ਨੂੰ? ਇਸ ਲਈ ਜਦੋਂ ਨਾ ਸਮਝੇ ਹੁਣ ਜਾਨ ਨਿਕਲ ਲੱਗੀ, ਉਦੋਂ ਭਾਵੇਂ ਚੱਕਰ ਲਵਾ, ਨਹੀਂ ਤਾਂ ਆਪਣਾ ਉਹ ਦਵਾਈ ਦਵਾਈ ਲੈ ਲਓ, ਨਹੀਂ ਤਾਂ ਫਿਰ ਤੁਹਾਨੂੰ ਵਹਿਮ ਹੋ ਜਾਏਗਾ ਵੀ ਉਹ। ਅਤੇ ਉੱਥੇ ਜਾ ਕੇ ਜੇ ਤੁਹਾਨੂੰ ਨਹੀਂ ਕਰੋਨਾ, ਅਤੇ ਕਰੋਨਾ ਵਾਲੇ ਦੇ ਵਿੱਚ ਰਹਿ ਕੇ ਕਮਰੇ ਤੁਹਾਨੂੰ ਕਰੋਨਾ ਹੋ ਸਕਦਾ ਹੈ। ਸੋ ਸਾਰਾ ਡਰ ਭਰਮ ਕਾਰਨ ਹੈ। ਜਦੋਂ ਪਤਾ ਵੀ ਮੌਤ ਤਾਂ ਆਉਣੀ ਹੀ ਆਉਣੀ ਹੈ, ਅਤੇ ਮੌਤ ਤਾਂ ਪਹਿਲਾਂ ਹੀ ਲਿਖੀ ਹੋਈ ਹੈ। ਮੌਤ 3 ਚੀਜ਼ਾਂ ਪਹਿਲਾਂ ਹੀ ਲਿਖੀਆਂ ਨੇ ਜਦੋਂ ਅਸੀਂ ਪੈਦਾ ਹੋਏ। ਕਿਸ ਦਿਨ ਮਰਨਾ, ਕਿਸ ਥਾਂ 'ਤੇ ਮਰਨਾ, ਕਿਸ ਕਾਰਨ ਮਰਨਾ। ਇਹ ਸਾਧੂ ਦੇ ਵੀ ਲਿਖਿਆ ਹੁੰਦਾ ਅਤੇ ਲੁੱਚੇ ਲਫੰਗੇ ਦੇ ਵੀ ਲਿਖਿਆ ਹੁੰਦਾ, ਇਹ ਸਭ ਦੇ ਲਿਖਿਆ ਹੁੰਦਾ। ਤੂੰ ਬਿਮਾਰੀ ਨਾਲ ਮਰਨਾ, ਉਹਨੇ ਬਿਮਾਰੀ ਨਾਲ ਮਰਨਾ। ਤੂੰ ਡੁੱਬ ਕੇ ਮਰਨਾ, ਉਹਨੇ ਡੁੱਬ ਕੇ ਮਰਨਾ। ਤੂੰ ਆਤਮ ਹੱਤਿਆ ਨਾਲ ਮਰਨਾ, ਆਤਮ ਹੱਤਿਆ ਨਾਲ ਮਰਨਾ। ਤੂੰ ਜਿਹੜਾ ਐਕਸੀਡੈਂਟ 'ਚ ਮਰਨਾ, ਐਕਸੀਡੈਂਟ। ਤੇਰਾ ਕਤਲ ਹੋਣਾ, ਉਸ 'ਤੇ ਮਰਨਾ, ਉਹਦੇ ਪਹਿਲੇ ਲਿਖਿਆ ਹੋਇਆ ਹੈ। ਅਸੀਂ ਉਸ 'ਚ ਕੀ ਕਰ ਸਕਦੇ ਹਾਂ? ਉੱਤੇ ਪਹਿਲਾਂ ਹੀ ਲਿਖਿਆ ਹੋਇਆ ਹੈ। ਹਾਂ, ਸਿਆਣੇ ਕਹਿੰਦੇ ਨੇ ਬਈ ਜੇ ਇਹ ਨਹੀਂ ਕਿ ਜਿਸ ਦਿਨ ਮਰਨਾ ਉੱਦਾਂ ਹੀ ਮਰਨਾ ਅਤੇ ਅਸੀਂ ਸੜਕ ਦੇ ਵਿਚਾਲੇ ਤੁਰਨਾ ਸ਼ੁਰੂ ਕਰ ਦਈਏ, ਇਸ ਤਰ੍ਹਾਂ ਨਹੀਂ ਕਰਨਾ। ਬਚਾਅ ਕਰਨਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਅਸੀਂ ਮੂਰਖ ਵੱਜਾਂਗੇ। ਸਿਆਣਾ ਬੰਦਾ
ਸੜਕ ਦੇ ਖੱਬੇ ਪਾਸੇ ਤੁਰਦਾ ਹੈ, ਨਾ ਕਿ ਵਿਚਾਲੇ ਤੁਰਦਾ ਜਾਂ ਸੱਜੇ ਪਾਸੇ ਤੁਰਦਾ ਹੈ। ਕਰੋਨਾ ਤੋਂ ਬਚਾਅ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ। ਜਦ ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਮੂੰਹ ਢੱਕ ਕੇ ਮੂੰਹ ਢੱਕ ਕੇ ਬਾਹਰ ਨਿਕਲਣਾ ਹੈ। ਸਾਨੂੰ ਮੰਨ ਲਓ ਕਰੋਨਾ ਨਹੀਂ ਵੀ, ਸਾਨੂੰ ਕਿਸੇ ਤੋਂ ਹੋ ਸਕਦਾ। ਜੇ ਸਾਨੂੰ ਹੈ ਤਾਂ ਦੂਜਾ ਵਿਚਾਰਾ ਚੰਗਾ ਭਲਾ ਸਾਡੇ ਸਾਹ ਤੋਂ ਉਸ ਨੂੰ ਹੋ ਸਕਦਾ ਹੈ। ਬਚਾਅ ਕਰਨਾ ਸਾਡਾ ਫਰਜ਼ ਬਣਦਾ ਹੈ। ਪਰ ਹਰ ਵਕਤ ਡਰ ਕੇ ਜਿਉਣਾ ਅਤੇ ਆਪਣੇ ਆਪ ਨੂੰ ਡਿਪਰੈਸ਼ਨ 'ਚ ਲੈ ਜਾਣਾ, ਉਹ ਠੀਕ ਨਹੀਂ ਹੈ। ਭਜਨ ਬੰਦਗੀ ਕਰੋ ਤਾਂ ਜੋ ਤੁਸੀਂ ਚੜ੍ਹਦੀਆਂ ਕਲਾਂ 'ਚ ਰਹੋ। ਅਭਰਮ ਹੈ। ਹੇ ਪਰਮਾਤਮਾ, ਤੈਨੂੰ ਕੋਈ ਭਰਮ ਨਹੀਂ ਹੈ। ਸਾਨੂੰ ਭਰਮ ਹੈ, ਇਸ ਲਈ ਅਸੀਂ ਡਰਦੇ ਰਹਿੰਦੇ, ਇਸ ਲਈ ਡਰਦੇ ਰਹਿੰਦੇ। ਰਾਤ ਨੂੰ ਤੁਰੇ ਜਾ ਰਹੇ ਹਾਂ, ਰਾਤ ਤੁਰੇ ਭਰਮ ਹੈ, ਮਗਰ ਕੋਈ ਆ ਕੇ ਸਾਨੂੰ ਮਾਰ ਨਾ ਦੇਵੇ, ਕੋਈ ਸਾਨੂੰ ਲੁੱਟ ਨਾ ਲਵੇ, ਭਰਮ ਹੈ। ਇਸ ਕਰਕੇ ਅਸੀਂ ਡਰਦੇ ਰਹਿੰਦੇ। ਬੱਚਾ ਜਿਹੜਾ ਹੈ ਸਾਰਾ ਦਿਨ ਆਪਣੇ ਘਰ 'ਚ ਰਹਿੰਦਾ ਹੈ, ਰਾਤ ਨੂੰ ਵਿਹੜੇ 'ਚ ਲੈ ਜਾਓ, ਫਿਰ ਉਹਨੂੰ ਕਹੋ ਕਾਕਾ ਅੰਦਰ ਦੀਆਂ ਲਾਈਟਾਂ ਕਰ ਦਿਓ ਬੰਦ, ਜਾਂ ਕਾਕਾ ਅੰਦਰ ਫਲਾਣੀ ਚੀਜ਼ ਚੱਕ ਕੇ ਲਿਆ, ਉਹ ਕਹੇ ਨਾ ਅੰਦਰ ਦਾ ਹਨੇਰਾ ਹੈ। ਉਹ ਹਨੇਰੇ ਤੋਂ ਡਰਦਾ, ਉਹ ਹਨੇਰੇ ਤੋਂ ਡਰਦਾ, ਪਤਾ ਨਹੀਂ ਅੰਦਰ ਕੀ ਚੀਜ਼ ਹੋਏਗਾ, ਉਹਨੂੰ ਭਰਮ ਹੈ, ਇਸ ਕਰਕੇ ਡਰ ਹੈ। ਪਰਮਾਤਮਾ ਅਭਰਮ ਹੈ, ਉਹ ਭਰਮ ਤੋਂ ਰਹਿਤ ਹੈ। ਅਕਰਮ ਹੈ, ਤੂੰ ਕਰਮਾਂ ਤੋਂ ਰਹਿਤ ਹੈ, ਕਿਉਂਕਿ ਕੋਈ ਕਰਮ ਹੀ ਨਹੀਂ ਕਰਦਾ ਹੈਗਾ। ਕਰਮ ਕਰੇਗਾ ਤਾਂ ਉਹਦੇ ਲੇਖ ਲਿਖੇ ਜਾਏਗਾ, ਉਹ ਤਾਂ ਅਕਰਮ ਹੈ, ਉਹ ਕਰਮਾਂ ਤੋਂ ਰਹਿਤ ਹੈ। ਅਨਾਦ ਹੈ, ਤੇਰਾ ਕੋਈ ਆਦ ਨਹੀਂ ਹੈ, ਤੇਰਾ ਕੋਈ ਆਰੰਭ ਨਹੀਂ ਹੈ। ਅਨਾਦ ਹੁੰਦਾ ਅਨ ਆਦ, ਆਦ ਹੁੰਦਾ ਆਰੰਭ, ਆਰੰਭ ਤੋਂ ਬਿਨਾਂ ਤੇਰਾ ਕੋਈ ਆਰੰਭ ਨਹੀਂ ਹੈ, ਤੂੰ ਅਨਾਦ ਹੈ। ਜੁਗਾਦ ਹੈ, ਹਾਂ ਸਾਰੇ ਯੁੱਗ ਤੇਰੇ ਤੋਂ ਹੀ ਸ਼ੁਰੂ ਹੋਏ ਨੇ। ਜਦੋਂ ਯੁੱਗ ਸ਼ੁਰੂ ਹੋਇਆ ਉਦੋਂ ਵੀ ਤੂੰ ਹੈਗਾ ਸੀ। ਜੁਗਾਦ ਯੁੱਗ ਆਦ, ਜਦੋਂ ਯੁੱਗਾਂ ਦਾ ਆਰੰਭ ਹੋਇਆ ਤੂੰ ਉਦੋਂ ਵੀ ਸੀ। ਪਰ ਅਨਾਦ ਹੈ, ਤੇਰਾ ਆਪਣਾ ਕੋਈ ਆਦ ਆਪਣਾ ਆਰੰਭ ਨਹੀਂ ਹੈ। ਫਿਰ ਸੁਣ ਲਓ, ਅਭਰਮ ਹੈ, ਤੂੰ ਭਰਮਾਂ ਤੋਂ ਰਹਿਤ ਹੈ। ਅਕਰਮ ਹੈ, ਤੂੰ ਕਰਮਾਂ ਤੋਂ ਰਹਿਤ ਹੈ। ਅਨਾਦ ਹੈ, ਤੂੰ ਆਦ ਤੋਂ ਰਹਿਤ ਹੈ। ਜੁਗਾਦ ਹੈ, ਤੂੰ ਜੁਗਾਂ ਦੇ ਆਰੰਭ ਤੋਂ ਵੀ ਹੈ। ਅੱਗੇ ਕਹਿੰਦੇ ਅਜੈ ਹੈ, ਅਭੈ ਹੈ। ਇਹ ਲੰਮੀ ਆਵਾਜ਼ ਕਰਕੇ ਬੋਲਣਾ, ਅਜੈ ਅਭੈ ਨਹੀਂ ਪੜ੍ਹਨਾ। ਅਜੈ ਹੈ ਅਭੈ ਹੈ ਇਹ ਨਹੀਂ ਪੜ੍ਹਨਾ। ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ। ਅਜੈ ਜਿਹਨੂੰ ਕਹਿੰਦੇ ਅਜਿੱਤ, ਜਿਹਨੂੰ ਜਿੱਤਿਆ ਨਾ ਜਾ ਸਕੇ। ਜੈ ਮੈਨੂੰ ਜਿੱਤਣਾ, ਅਜੈ ਅਜਿੱਤ। ਅਜੈ ਹੈ ਪਰਮਾਤਮਾ, ਤੂੰ ਅਜਿੱਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਅਭੈ ਹੈ, ਤੂੰ ਨਾਸ਼ ਤੋਂ ਰਹਿਤ ਹੈ, ਭਾਵ ਤੂੰ ਅਵਿਨਾਸ਼ੀ ਹੈ। ਤੂੰ ਅਵਿਨਾਸ਼ੀ ਹੈ, ਤੂੰ ਅਜਿੱਤ ਹੈ। ਅਜੈ ਹੈ, ਤੂੰ ਅਜਿੱਤ ਹੈ। ਅਭੈ ਹੈ, ਤੂੰ ਅਵਿਨਾਸ਼ੀ ਹੈ। ਅਭੂਤ ਹੈ, ਤੂੰ ਤੱਤਾਂ ਤੋਂ ਰਹਿਤ ਹੈ। ਅਸੀਂ ਤਾਂ 5 ਤੱਤਾਂ ਦੇ ਬਣੇ ਹੋਏ ਨਾ, ਪਰਮਾਤਮਾ ਕਿਸੇ ਤੱਤ ਤੋਂ ਨਹੀਂ ਬਣਿਆ ਹੋਇਆ। ਉਹ ਅਭੂਤ ਹੈ, ਤੂੰ ਤੱਤਾਂ ਤੋਂ ਰਹਿਤ ਹੈ। ਅਤੂਤ ਹੈ, ਤੂੰ ਅਚਲ ਹੈ। ਆਪਾਂ ਤਾਂ ਚਲਾਏਮਾਨ ਹਾਂ, ਅੱਜ ਹੈਗੇ ਕੱਲ੍ਹ ਨੂੰ ਨਹੀਂ ਹੈਗੇ। ਪਰਮਾਤਮਾ ਅਤੂਤ ਹੈ, ਉਹ ਤਾਂ ਅਚਲ ਹੈ, ਉਹ ਚਲਾਏਮਾਨ ਨਹੀਂ ਹੈ। ਹੇ ਪਰਮਾਤਮਾ, ਤੂੰ ਅਜੈ ਹੈ, ਤੂੰ ਅਜਿੱਤ ਹੈ। ਅਭੈ ਹੈ, ਤੂੰ ਵਿਨਾਸ਼ੀ ਹੈ। ਅਭੂਤ ਹੈ, ਤੂੰ ਤੱਤਾ ਤੋਂ ਰਹਿਤ ਹੈ। ਅਤੂਤ ਹੈ, ਤੂੰ ਅਚਲ ਹੈ। ਅੱਗੇ ਕਹਿੰਦੇ ਅਨਾਸ ਹੈ, ਉਦਾਸ ਹੈ, ਅਧੰਦ ਹੈ, ਅਬੰਧ ਹੈ। ਜਦੋਂ 2 ਧੱਦੇ ਇਕੱਠੇ ਆ ਜਾਣ ਤਾਂ ਪਹਿਲਾ ਧੱਦਾ ਬੋਲੀਦਾ, ਦੂਜਾ ਦੱਦੇ ਦੀ ਆਵਾਜ਼ ਦਿੰਦਾ। ਜਿਵੇਂ ਧੁੰਦ, ਅੱਜ ਬੜੀ ਧੁੰਦ ਹੈ ਆਪਾਂ ਕਹਿੰਦੇ, ਲਿਖਿਆ ਧੱਦੇ ਨੂੰ ਔਂਕੜ ਉੱਤੇ ਟਿੱਪੀ ਧੱਦਾ ਜਾਂਦਾ ਧੁੰਦ,
ਬੋਲਿਆ ਧੁੰਦ ਜਾਂਦਾ, ਧੱਦੇ ਨੌਕਰ ਉੱਤੇ ਟਿੱਪੀ ਦੱਦਾ। ਬੋਲਿਆ ਧੁੰਦ ਜਾਂਦਾ, ਲਿਖਿਆ ਦੋਨਾਂ ਧੱਦਿਆਂ ਨਾਲ ਜਾਂਦਾ। ਧੁੰਦ, ਅੱਜ ਬੜੀ ਧੁੰਦ ਹੈ। ਜਿਵੇਂ ਧੰਦਾ, ਧੰਦਾ ਸ਼ਬਦ ਧੱਦੇ 'ਤੇ ਟਿੱਪੀ ਧੱਦੇ ਨੂੰ ਕਰਨਾ ਧੰਦਾ, ਪਰ ਬੋਲਿਆ ਕਿਵੇਂ ਨਾ, ਧੱਦੇ ਟਿੱਪੀ ਦੱਦੇ ਨੂੰ ਕਰਨਾ ਧੰਦਾ। ਬੋਲਿਆ ਇਸ ਤਰ੍ਹਾਂ ਜਾਂਦਾ। ਇੱਕ ਧੱਦਾ ਧੱਦੇ ਦੀ ਆਵਾਜ਼ ਦੇਵੇਗਾ, ਦੂਜਾ ਧੱਦਾ ਦੱਦੇ ਦੀ ਆਵਾਜ਼ ਦਿੰਦਾ ਹੈ। ਅਧੰਦ ਹੈ, ਅਬੰਧ ਹੈ, ਅਨਾਸ ਹੈ। ਨਾਸ ਹੁੰਦਾ ਨਾਸ਼ ਹੋ ਜਾਣਾ, ਅਨਾਸ ਭਾਵ ਅਵਿਨਾਸ਼ੀ। ਤੂੰ ਅਨਾਸ ਹੈ, ਤੂੰ ਨਾਸ਼ ਤੋਂ ਰਹਿਤ ਹੈ, ਭਾਵ ਤੂੰ ਅਵਿਨਾਸ਼ੀ ਹੈ। ਜਿਵੇਂ ਅਵੈ ਹੈ, ਅਵੈ ਹੈ ਅਤੇ ਅਨਾਸ਼ ਹੈ, ਇੱਕੋ ਹੀ ਗੱਲ ਹੈ। ਉੱਥੇ ਅਸੀਂ ਅਵੈ ਹੈ, ਤੂੰ ਨਾਸ਼ ਤੋਂ ਰਹਿਤ ਹੈ, ਭਾਵ ਅਵਿਨਾਸ਼ੀ ਹੈ। ਇੱਥੇ ਅਨਾਸ ਹੈ, ਤੂੰ ਨਾਸ ਨਹੀਂ ਹੁੰਦਾ, ਤੂੰ ਅਵਿਨਾਸ਼ੀ ਹੈ। ਉਦਾਸ ਹੈ, ਇੱਕ ਤਾਂ ਉਦਾਸ ਉਹ ਹੁੰਦਾ ਜਿਹਨੂੰ ਇੰਗਲਿਸ਼ ਕਹਿੰਦੇ ਸੈਡ, SAD ਸੈਡ। ਵੀ ਕੀ ਗੱਲ ਤੂੰ ਯਾਰ ਉਦਾਸ ਲੱਗਦਾ, ਇੱਕ ਤਾਂ ਇਹ ਹੈ। ਇੱਕ ਉਦਾਸੀ ਸਾਧੂ ਹੁੰਦੇ ਨੇ ਜਿਨ੍ਹਾਂ ਦਾ ਸੰਸਾਰ 'ਚ ਮੋਹ ਖਤਮ ਹੋ ਜਾਂਦਾ। ਸੰਸਾਰਿਕ ਚੀਜ਼ਾਂ ਨਾਲ, ਪਰਿਵਾਰ ਨਾਲ ਜਿਹਦਾ ਮੋਹ ਖਤਮ ਹੋ ਜਾਵੇ ਉਹਨੂੰ ਕਹਿੰਦੇ ਉਦਾਸ, ਨਿਰਮੋਹ। ਅਜੀ ਫਲਾਣਾ ਬੰਦਾ ਬੜਾ ਨਿਰਮੋਹੀ ਹੈ, ਇਹਨੂੰ ਕਿਸੇ ਮੋਹ ਨਹੀਂ ਹੈ, ਇਹਦਾ ਕਿਸੇ ਨਾਲ ਮੋਹ ਨਹੀਂ ਹੈ, ਉਹਨੂੰ ਕਹਿੰਦੇ ਉਦਾਸ। ਅਨਾਸ ਹੈ, ਤੂੰ ਨਾਸ ਤੋਂ ਰਹਿਤ ਹੈ। ਉਦਾਸ ਹੈ, ਤੂੰ ਮੋਹ ਤੋਂ ਰਹਿਤ ਹੈ, ਤੇਰੇ ਅੰਦਰ ਮੋਹ ਨਹੀਂ ਹੈਗਾ। ਕਿ ਜਿੱਥੇ ਮੋਹ ਹੈਗਾ, ਹੁਣ ਜਿਹਦਾ ਆਪਣਾ ਮੋਹ ਹੈ ਉਹਦੇ ਸੱਟ ਵੱਜੀ, ਉਹ ਉਸ ਦਾ ਕੋਈ ਹੋਰ ਨੁਕਸਾਨ ਹੋ ਗਿਆ, ਘਾਟਾ ਪੈ ਗਿਆ, ਕੋਈ ਉਹਦੀ ਡੈਥ ਹੋ ਗਈ ਹੈ, ਆਪਾਂ ਉਦਾਸ ਹੋ ਜਾਵਾਂਗੇ ਕਿਉਂਕਿ ਸਾਡਾ ਤਾਂ ਮੋਹ ਹੈ। ਪਰਮਾਤਮਾ ਉਦਾਸ ਹੈ, ਉਹਦਾ ਕਿਸੇ ਨਾਲ ਮੋਹ ਨਹੀਂ ਹੈ, ਉਹ ਮੋਹ ਤੋਂ ਰਹਿਤ ਹੈ। ਅਧੰਦ ਹੈ, ਤੈਨੂੰ ਕੋਈ ਧੰਦਾ ਨਹੀਂ ਹੈ। ਅਸੀਂ ਤਾਂ ਧੰਦਿਆਂ 'ਚ ਫਸੇ ਹੋਏ ਨਾ, ਪਰਮਾਤਮਾ ਧੰਦਿਆਂ ਤੋਂ ਰਹਿਤ ਹੈ। ਅਬੰਧ ਹੈ, ਤੂੰ ਬੰਧਨਾਂ ਤੋਂ ਰਹਿਤ ਹੈ। ਆਪਾਂ ਬੰਧਨਾਂ 'ਚ ਬੱਝੇ ਹੋਏ ਹਾਂ, ਪਰਮਾਤਮਾ ਅਬੰਧ ਹੈ, ਤੂੰ ਬੰਧਨਾਂ ਤੋਂ ਰਹਿਤ ਹੈ। ਅਧੰਦ ਹੈ, ਤੂੰ ਧੰਦਿਆਂ ਤੋਂ ਰਹਿਤ ਹੈ। ਉਦਾਸ ਹੈ, ਤੂੰ ਨਿਰਮੋਹ ਹੈ, ਪਰ ਤੇਰੇ 'ਚ ਕੋਈ ਮੋਹ ਨਹੀਂ ਹੈ। ਅਨਾਸ ਹੈ, ਤੂੰ ਨਾਸ਼ ਤੋਂ ਰਹਿਤ ਹੈ। ਅਨਾਸ ਹੈ ਭਾਵ ਅਵਿਨਾਸ਼ੀ ਹੈ। ਉਦਾਸ ਹੈ ਭਾਵ ਨਿਰਲੇਪ ਹੈ। ਅਧੰਦ ਹੈ, ਧੰਦਿਆਂ ਤੋਂ ਰਹਿਤ ਹੈ। ਉਹ ਅਬੰਧ ਹੈ, ਬੰਧਨਾਂ ਤੋਂ ਰਹਿਤ ਹੈ। ਅਭਗਤ ਹੈ, ਬਿਰਕਤ ਹੈ। ਇਹਨੂੰ ਬਿਰਕਤ ਨਹੀਂ ਪੜ੍ਹਨਾ, ਰਾਰੇ ਦੇ ਅਧਿਕ ਲਾ ਕੇ ਪੜ੍ਹਨਾ ਬਿਰਕਤ। ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ। ਅਭਗਤ ਹੈ, ਤੂੰ ਕਿਸੇ ਦਾ ਭਗਤ ਨਹੀਂ ਹੈ। ਆਪਾਂ ਤਾਂ ਕਿਸੇ ਦੇ ਭਗਤ ਹਾਂ ਜੀ। ਇਹ ਜੀ ਪਰਮਾਤਮਾ ਦਾ ਭਗਤ ਹੈ। ਆਪਾਂ ਕਹਿੰਦੇ ਇਹ ਪਰਮਾਤਮਾ ਦਾ ਭਗਤ, ਇਹ ਤਾਂ ਫਲਾਣੇ ਬੰਦੇ ਦਾ ਭਗਤ ਹੈ। ਪਰਮਾਤਮਾ ਅਭਗਤ ਹੈ, ਉਹ ਕਿਸੇ ਦਾ ਭਗਤ ਨਹੀਂ ਹੈ। ਉਹ ਕਿਸੇ ਦੀ ਭਗਤੀ ਨਹੀਂ ਕਰਦਾ। ਭਗਤ ਕਿਹਨੂੰ ਕਹਿੰਦੇ ਨੇ? ਜਿਹੜਾ ਪਰਮਾਤਮਾ ਦੀ ਭਗਤੀ ਕਰੇ। ਅਤੇ ਪਰਮਾਤਮਾ ਅਭਗਤ ਹੈ, ਉਹ ਕਿਸੇ ਦੀ ਭਗਤੀ ਨਹੀਂ ਕਰਦਾ। ਬਿਰਕਤ ਹੈ, ਬਿਰਕਤ ਅਤੇ ਉਦਾਸ ਇੱਕੋ ਹੀ ਗੱਲ ਹੈ। ਉਦਾਸ ਮੈਨੇ ਵੀ ਜਿਸ 'ਚ ਮੋਹ ਨਾ ਹੋਵੇ, ਨਿਰਲੇਪ। ਬਿਰਕਤ ਵੀ ਹੁੰਦੇ, ਬਿਰਕਤ ਸਾਧੂ ਹੈ ਜੀ। ਉਦਾਸੀ ਸਾਧੂ, ਬਿਰਕਤ ਸਾਧੂ ਇੱਕੋ ਹੀ ਮਤਲਬ ਹੈ, ਜਿਹਨੂੰ ਸੰਸਾਰਿਕ ਮੋਹ ਨਾ ਹੋਵੇ। ਕਈ ਸੋਚਦੇ ਨੇ ਵੀ ਅਸੀਂ ਘਰ ਬਾਰ ਛੱਡ ਦਿਓ, ਪਤਾ ਨਹੀਂ ਅਸੀਂ ਬਿਰਕਤ ਸਾਧੂ ਹੋ ਜਾਵਾਂਗੇ। ਨਹੀਂ, ਮੋਹ ਤਾਂ ਅੰਦਰ ਹੀ ਰਹਿੰਦਾ। ਘਰ ਬਾਰ ਛੱਡਣਾ ਆਸਾਨ ਹੈ, ਮੋਹ ਛੱਡਣਾ ਬੜਾ ਔਖਾ ਹੈ। ਮੋਹ ਛੱਡਣਾ ਬੜਾ ਔਖਾ ਹੁੰਦਾ ਹੈ। ਪਰਿਵਾਰ ਛੱਡਣਾ, ਘਰ ਬਾਰ ਛੱਡਣਾ ਕੋਈ ਔਖਾ ਨਹੀਂ ਹੁੰਦਾ। ਰਾਜਾ ਭਰਥਰੀ ਹੋਇਆ, ਬੜਾ ਵਧੀਆ ਰਾਜਾ ਸੀ, ਧਾਰਮਿਕ ਰਾਜਾ ਸੀ, ਵੈਰਾਗ ਆ ਗਿਆ ਹੈ, ਰਾਜ ਭਾਗ ਛੱਡ ਕੇ ਸਾਧ ਬਣ ਗਿਆ। ਰਾਜ ਭਾਗ ਛੱਡਦਾ, ਸਾਧ ਹੋ ਗਿਆ। ਕੁਦਰਤੀ ਇੱਕ ਦਿਨ ਘਾਹ ਦੇ ਉੱਤੇ ਬੈਠਾ ਸਿਮਰਨ ਕਰ ਰਿਹਾ।
ਅਚਾਨਕ ਸਾਹਮਣੇ ਨਿਗਾਹ ਪਈ ਘਾਹ 'ਤੇ, ਕੋਈ ਚੀਜ਼ ਚਮਕ ਰਹੀ ਹੈ ਬੜੀ ਸੋਹਣੀ। ਉਹਨੇ ਸੋਚਿਆ ਕੋਈ ਹੀਰਾ ਚਮਕ ਰਿਹਾ। ਉਹ ਹੀਰਾ ਚੱਕਣ ਲਈ ਉੱਠਿਆ। ਜਦੋਂ ਹੱਥ ਮਾਰਿਆ ਤਾਂ ਪਤਾ ਲੱਗਿਆ ਵੀ ਓਹੋ, ਇਹ ਤਾਂ ਕਿਸੇ ਨੇ ਪਾਣ ਖਾ ਕੇ ਥੁੱਕਿਆ ਸੀ, ਅਤੇ ਉਹ ਜਿਹੜੀ ਥੁੱਕ ਸੀ ਉਹ ਚੰਨ ਦੀ ਚਾਨਣੀ ਦੇ ਵਿੱਚ ਚਮਕ ਰਹੀ ਸੀ, ਅਤੇ ਉਹਨੂੰ ਲੱਗਿਆ ਹੀਰਾ। ਉਹਨੇ ਮੱਥੇ 'ਤੇ ਹੱਥ ਮਾਰਿਆ, ਭਰਥਰੀ, ਜਿਨ੍ਹਾਂ ਹੀਰਿਆਂ ਨੂੰ ਤੂੰ ਛੱਡ ਕੇ ਸਾਧ ਬਣਿਆ ਨਾ, ਤੇਰੇ ਅੰਦਰੋਂ ਅਜੇ ਹੀਰੇ ਨਹੀਂ ਨਿਕਲੇ। ਅੰਦਰੋਂ ਜੇ ਉਹ ਕਹਿੰਦਾ ਵੀ ਜੇ ਭਾਵੇਂ ਹੀਰਾ ਪਏ ਨੂੰ ਤਾਂ ਮੈਂ ਛੱਡ, ਮੇਰੇ ਕਿੰਨੇ ਹੀ ਹੀਰੇ ਸਨ, ਉਹ ਛੱਡ ਛਡਾ ਕੇ ਮੈਂ ਆ ਗਿਆ, ਅਤੇ ਮੈਂ ਇਸ ਹੀਰੇ ਤੋਂ ਹੀ ਕਰਾਉਣਾ। ਪਰ ਨਹੀਂ, ਅੰਦਰ ਹੀਰਾ ਸੀ। ਪਰਿਵਾਰ ਨੂੰ ਛੱਡ ਦੇਣਾ ਹੋਰ ਗੱਲ ਹੁੰਦਾ, ਪਰਿਵਾਰ ਦੇ ਮੋਹ ਨੂੰ ਛੱਡਣਾ ਹੋਰ ਗੱਲ ਹੁੰਦਾ। ਸੋ ਨਿਰਾ ਇਹ ਕਹਿਲਾਣਾ ਮੈਂ ਬਿਰਕਤ ਹਾਂ ਜੀ, ਮੈਂ ਉਦਾਸੀ ਸਾਧੂ ਹਾਂ ਜੀ। ਜੇ ਤੁਸੀਂ ਘਰ ਪਰਿਵਾਰ ਛੱਡਤਾ ਹੈ ਤਾਂ ਫਿਰ ਪਰਿਵਾਰ 'ਚ ਮੰਗਣ ਕਿਉਂ ਜਾਂਦੇ ਹੋ ਵੀ ਹੈ? ਜਿਨ੍ਹਾਂ ਬੀਬੀਆਂ ਨੂੰ ਤੁਸੀਂ ਛੱਡ ਕੇ ਆ ਗਏ ਹੋ, ਉਹਨਾਂ ਘਰਾਂ 'ਚ ਹੀ ਫਿਰ ਮੰਗਣ ਜਾਂਦੇ ਹੋ। ਫਿਰ ਤੁਸੀਂ ਕਾਹਦੇ ਬਿਰਕਤ ਹੋਏ ਬਈ? ਇਹ ਕਾਹਦੇ ਤੁਸੀਂ ਮੰਗਤੇ ਹੋ? ਜੋ ਮੰਗਣ ਜਾ ਰਿਹਾ ਭਾਵੇਂ ਸਾਧੂ ਵਾਲਾ ਪਹਿਰਾਵਾ ਪਾ ਰਿਹਾ ਹੈ, ਮੰਗਤੇ ਨੂੰ ਸਾਧੂ ਨਹੀਂ, ਸਾਧੂ ਕਦੇ ਮੰਗਤਾ ਨਹੀਂ ਹੁੰਦਾ। ਯਾਦ ਰੱਖਿਓ, ਸਾਧੂ ਕਦੇ ਮੰਗਤਾ ਨਹੀਂ ਹੁੰਦਾ, ਅਤੇ ਮੰਗਤਾ ਕਦੇ ਸਾਧੂ ਨਹੀਂ ਹੁੰਦਾ। ਹਾਂ, ਇਹ ਮੰਗਣ ਦਾ ਇੱਕ ਢੰਗ ਹੈ ਵੀ ਸਾਧੂ ਵਾਲੇ ਕੱਪੜੇ ਪਾ ਲਓ, ਲੋਕ ਪਹਿਰਾਵੇ ਦਾ ਸਤਿਕਾਰ ਕਰਦੇ ਨੇ, ਚਲ ਦੇ ਦੇਣਗੇ ਖਾਣ ਪੀਣ ਨੂੰ। ਹਾਲੇ ਕਹਿੰਦੇ ਜੋਗੀ ਆਇਆ ਜੀ, ਜੋਗੀਆਂ ਵਾਲੇ ਕੱਪੜੇ ਪਾ ਰਹੇ, ਬਗਲੀ ਕੋਲ ਹੈ ਆਟਾ ਉਟਾ ਪਾਉਣ ਲਈ। ਅਗਲਾ ਭੇਖ ਵੇਖ ਕੇ ਉਹਨਾਂ ਨੂੰ ਭੋਜਨ ਦਿੰਦਾ, ਕੋਈ ਚੀਜ਼ਾਂ ਦਿੰਦਾ ਹੈ। ਉਹ ਐਕਚੁਅਲੀ ਉਹ ਜੋਗੀ ਨਹੀਂ, ਉਹ ਸਾਧ ਨਹੀਂ, ਉਹ ਅਸਲ 'ਚ ਮੰਗਤੇ ਨੇ। ਹਾਂ, ਸਾਧੂਆਂ ਵਾਲੇ ਕੱਪੜੇ ਪਾ ਰੱਖੇ ਹਨ। ਇਸ ਲਈ ਜਿੰਨਾ ਚਿਰ ਅੰਦਰੋਂ ਮੋਹ ਨਹੀਂ ਖਤਮ ਹੁੰਦਾ, ਉਹਨਾਂ ਚਿਰ ਨਹੀਂ ਗੱਲ ਬਣਦੀ। ਇਹੀ ਇੱਕ ਬੱਚਾ ਸੀ, ਛੋਟੀ ਉਮਰ ਦੇ ਵਿੱਚ ਹੀ ਉਹਦੇ ਮਾਂ ਪਿਓ ਉਹਨੂੰ ਡੇਰੇ ਛੱਡ ਆਏ ਸਾਧੂਆਂ ਦੇ ਕੋਲ। ਪਹਿਲਾਂ ਉਹਨੂੰ ਮੱਠ ਕਹਿੰਦੇ ਸੀ, ਬੋਧੀਆਂ ਦਾ, ਜੈਨੀਆਂ ਦੇ ਜਿਹੜੇ ਡੇਰੇ ਸਨ ਉਹਨੂੰ ਕਹਿੰਦੇ ਸੀ ਮੱਠ। ਆਪਣਾ ਡੇਰੇ ਕਹਿੰਦੇ ਨੇ, ਸਾਧੂਆਂ ਦੇ ਡੇਰੇ ਨੇ। ਉੱਥੇ ਛੱਡ ਆਏ, ਸਾਰੇ ਸ਼ਾਸਤਰ ਪੜ੍ਹੇ, ਉੱਥੇ ਗਿਆਨ ਹਾਸਲ ਕੀਤਾ। ਜਦੋਂ ਕਿਸੇ ਦੀ ਵਿੱਦਿਆ ਪੂਰੀ ਹੋ ਜਾਂਦੀ ਸੀ, ਫਿਰ ਉਹਨੂੰ ਸ਼ਹਿਰ ਜਾਂ ਪਿੰਡ ਦੇ ਮੰਗਣ ਭੇਜਦੇ ਸਨ ਵੀ ਇਹਦੀ ਸ਼ਰਮ ਲੈ ਜੇ, ਕਿਉਂ ਮੰਗਣਾ ਸਭ ਤੋਂ ਔਖਾ ਹੈ। ਕਿਤੇ ਕਿ ਹੱਥ ਢੱਡਣੇ ਬੜਾ ਔਖਾ ਕੰਮ ਹੁੰਦਾ ਵੀ ਇਹਦੇ ਅੰਦਰੋਂ ਹਉਮੈ ਮਰ ਜੇ। ਨਾਲ ਇਹ ਵੀ ਸ਼ਰਤ ਹੁੰਦੀ ਸੀ ਕਿ ਜਿਹਦਾ ਦਰਵਾਜ਼ਾ ਖੁੱਲ੍ਹਾ ਸਿਰਫ ਉਹਦੇ ਮੰਗਣਾ ਹੈ, ਜਿਹਦਾ ਦਰਵਾਜ਼ਾ ਬੰਦ ਹੈ ਉਹਦੇ ਨਹੀਂ ਮੰਗਣਾ। ਪੁਰਾਣੇ ਜ਼ਮਾਨੇ 'ਚ ਸਾਧੂਆਂ ਦਾ ਸਤਿਕਾਰ ਕਰਨ ਹਿਤ ਜਿਨ੍ਹਾਂ ਲੋਕਾਂ ਨੇ ਦਾਨ ਦੇਣਾ ਹੁੰਦਾ ਸਵੇਰੇ ਸਵੇਰੇ, ਉਹ ਆਪਣਾ ਦਰਵਾਜ਼ਾ ਖੁੱਲ੍ਹਾ ਰੱਖਦੇ ਸਨ, ਤਾਂ ਜੋ ਸਾਧੂ ਆਵੇ, ਜੋ ਅਲੱਖ ਨਿਰੰਜਨ ਜੋ ਵੀ ਕਹਿੰਦੇ ਨੇ ਉਹ ਕਹੇ, ਅਸੀਂ ਉਹਨੂੰ ਫਿਰ ਦਾਨ ਦੇ ਦਿਆਂਗੇ। ਉਹ ਨੌਜਵਾਨ ਸੀ, ਛੋਟੀ ਉਮਰ ਦੇ ਵਿੱਚ ਹੀ ਆ ਗਿਆ ਸੀ, ਇਸ ਲਈ ਉਹਨੇ ਕਦੇ ਔਰਤ ਹੀ ਨਹੀਂ ਸੀ ਵੇਖੀ। ਉਸਨੇ ਔਰਤ ਹੀ ਨਹੀਂ ਸੀ ਵੇਖੀ, ਬੰਦਿਆਂ 'ਚ ਹੀ ਰਿਹਾ ਸੀ। ਗਿਆਨ ਉਹਨੂੰ ਸਾਰਾ ਦੇਤਾ, ਵਿੱਦਿਆ ਦੇਤੀ ਵੀ ਹੁਣ ਮੰਗ ਕੇ ਲੈ। ਇੱਕ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਉਹਨੇ ਆਵਾਜ਼ ਦਿੱਤੀ, ਇੱਕ ਨੌਜਵਾਨ ਬੀਬੀ ਆਈ ਹੈ। ਉਹ ਵੇਖ ਕੇ ਬੜਾ ਹੈਰਾਨ ਹੋਇਆ, ਕਦੇ ਆਪਣੇ ਸਰੀਰ ਨੂੰ ਵੇਖਦੇ, ਕਦੇ ਉਹਨੂੰ ਵੇਖਦੇ ਵੀ ਹੈ ਇਹਦਾ ਮੇਰੇ ਵਰਗਾ ਸਰੀਰ ਕਿਉਂ ਨਹੀਂ? ਇਹਦਾ ਸਰੀਰ ਤਾਂ ਹੋਰ ਤਰ੍ਹਾਂ ਦਾ ਹੈ। ਉਹਦੇ ਵੱਲ ਬਿਟ ਵੇਖੀ ਜਾਂਦਾ ਹੈ। ਉਹ ਕੁੜੀ ਸੰਗੀ, ਉਹ ਵਾਪਸ ਜਾ ਕੇ ਆਪਣੀ ਮਾਂ ਨੂੰ ਕਹਿੰਦੀ ਕਿ ਨੌਜਵਾਨ ਸਾਧੂ ਮੇਰੇ ਵੱਲ ਬਿਟ ਵੇਖੀ ਜਾਂਦਾ। ਮਾਂ ਸਮਝ ਗਈ, ਮਾਂ ਆਈ ਹੈ। ਉਹਨੂੰ ਕਹੇ ਬੇਟਾ ਤੂੰ ਇਸ ਵੱਲ ਕਿਉਂ ਇਸ ਤਰ੍ਹਾਂ ਵੇਖਦਾ? ਕਹਿੰਦਾ ਜੀ ਮੈਂ ਤਾਂ ਇਸ ਲਈ ਵੇਖਦਾ ਵੀ ਜਿਹੋ ਜਿਹਾ ਮੇਰਾ ਸਰੀਰ ਹੈ ਉਹੋ ਜਿਹੇ ਦਾ ਕਿਉਂ ਨਹੀਂ ਹੈਗਾ। ਮਾਂ ਸਿਆਣੀ ਸੀ, ਕਹਿੰਦੇ ਕਾਕਾ ਜਦੋਂ ਤੂੰ ਪੈਦਾ ਹੋਇਆ ਸੀ ਨਾ, ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ
ਤੇਰੇ ਦੁੱਧ ਦਾ ਪ੍ਰਬੰਧ ਪਰਮਾਤਮਾ ਨੇ ਤੇਰੀ ਮਾਂ ਦੇ ਥਣਾਂ 'ਚ ਕਰ ਦਿੱਤਾ ਸੀ। ਇਹ ਉਹ ਨੇ ਸਰੀਰ ਹੈ। ਕਹਿੰਦਾ ਅੱਛਾ, ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੇ ਦੁੱਧ ਦਾ ਪਰਮਾਤਮਾ ਨੇ ਪ੍ਰਬੰਧ ਕਰ ਦਿੱਤਾ ਸੀ? ਕਹਿੰਦੇ ਹਾਂ, ਪਰਮਾਤਮਾ ਨੇ ਪਹਿਲਾਂ ਹੀ ਪ੍ਰਬੰਧ ਕਰਤਾ ਸੀ। ਕਹਿੰਦਾ ਅੱਛਾ, ਮੈਂ ਭਿੱਖਿਆ ਨਹੀਂ ਲੈਣੀ। ਉਹ ਮੁੜ ਗਿਆ, ਖਾਲੀ ਥੈਲੀ ਜਾ ਕੇ ਜਿਹੜਾ ਵੱਡਾ ਸਾਧੂ ਸੀ ਉਹਦੇ ਪੈਰਾਂ 'ਚ ਮਾਰੀ। ਕਹੇ ਤੁਸੀਂ ਮੈਨੂੰ ਸਵਾ ਗਿਆਨ ਦਿੱਤਾ, ਇੰਨੇ ਸਾਲ ਲਾਤੇ ਤੁਸੀਂ ਮੈਨੂੰ ਕਿਤਾਬਾਂ ਪੜ੍ਹਾਉਂਦੇ ਆ, ਤੂੰ ਅਸਲੀ ਤਾਂ ਮੈਨੂੰ ਗਿਆਨ ਹੀ ਨਹੀਂ ਦਿੱਤਾ। ਉਹ ਕਹਿੰਦਾ ਕੀ ਹੋ ਗਿਆ ਤੈਨੂੰ ਪਹਿਲੇ ਦਿਨ ਹੀ? ਕਹਿੰਦਾ ਤੁਸੀਂ ਮੈਨੂੰ ਤਾਂ ਦੱਸੇ ਹੀ ਨਹੀਂ ਕਿ ਪਰਮਾਤਮਾ ਨੇ ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਤੇਰੇ ਦੁੱਧ ਦਾ ਜੋ ਤੂੰ ਪੀਣਾ ਸੀ ਉਹਦਾ ਪ੍ਰਬੰਧ ਕਰਤਾ ਹੈ। ਕਹਿੰਦੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਕਹਿੰਦੇ ਮੈਂ ਨਹੀਂ ਮੰਗਣ ਜਾਣਾ, ਜਿਸ ਪਰਮਾਤਮਾ ਨੇ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੇ ਲਈ ਦੁੱਧ ਦਾ ਪ੍ਰਬੰਧ ਕਰ ਦਿੱਤਾ ਸੀ, ਉਹ ਪਰਮਾਤਮਾ ਹੁਣ ਵੀ ਮੈਨੂੰ ਖਾਣ ਨੂੰ ਦੇਵੇਗਾ, ਇਸ ਲਈ ਮੈਂ ਨਹੀਂ ਮੰਗਣ ਜਾਣਾ। ਆ ਚੁੱਕੋ ਆਪਣਾ ਥੈਲਾ। ਕਹਿੰਦਾ ਜਿਹੜਾ ਪਰਮਾਤਮਾ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੀ ਖੁਰਾਕ ਦਾ ਪ੍ਰਬੰਧ ਕਰੇ, ਉਹ ਹੁਣ ਕਿਉਂ ਨਹੀਂ ਮੈਨੂੰ ਦੇਵੇਗਾ? ਮੈਂ ਕਿਉਂ ਜਾ ਮੰਗਣ? ਮੈਂ ਨਹੀਂ ਜਾਂਦਾ ਮੰਗਣ। ਇਹ ਅਸਲੀ ਗਿਆਨ। ਪਹਿਲਾ ਵਿਚਾਰੇ ਦਾ ਕਿਤਾਬੀ ਗਿਆਨ ਸੀ, ਉਹਦੇ ਅਨੁਭਵ ਹੋ ਗਿਆ, ਅਸਲੀ ਗਿਆਨ ਹੋ ਗਿਆ। ਕਾਹੇ ਰੇ ਮਨ ਚਿਤਵੇਂ ਉਦਮ, ਜਾਂ ਆਹਰ ਹਰ ਜੀਉ ਪਰਿਆ, ਸਹਿਲ ਪੱਥਰ ਮੈਂ ਜੰਤ ਪਾਏ, ਤਾ ਕਾ ਰਿਜ਼ਕ ਆਗੇ ਕਰਤਾ ਰਿਹਾ। ਉਹ ਤਾਂ ਪੱਥਰਾਂ ਦੇ ਵਿੱਚ ਜਿਹੜੇ ਜੀਵ ਰਹਿੰਦੇ ਨੇ ਉਹਨਾਂ ਨੂੰ ਖਾਣ ਨੂੰ ਦਿੰਦਾ ਹੈ, ਸਾਨੂੰ ਤੁਹਾਨੂੰ ਕਿਉਂ ਨਹੀਂ ਦੇਗਾ? ਗੱਲ ਤਾਂ ਵਿਸ਼ਵਾਸ ਦੀ ਹੈ। ਇਹਨਾਂ ਕੌਣ ਵਿਸ਼ਵਾਸ ਲਿਆਵੇ? ਇਹਨਾਂ ਵਿਸ਼ਵਾਸ ਹੋਣਾ ਵੀ ਤਾਂ ਕਠਿਨ। ਪੁਰਾਤਨ ਸਾਧੂਆਂ ਦੇ ਮੈਂ ਕਈ ਵਾਰੀ ਜੀਵਨ ਪੜ੍ਹਦਾ, ਫਲਦਾਰ ਦਰਖਤ ਹੇਠਾਂ ਬੈਠੇ ਨੇ, ਭੁੱਖ ਲੱਗੀ ਹੈ, ਫਲ ਤੋੜ ਕੇ ਨਹੀਂ ਖਾਂਦੇ। ਉਹ ਕਹਿੰਦੇ ਜਿਹੜਾ ਸਾਡੀ ਪ੍ਰਲੱਭ 'ਚ ਲਿਖਿਆ ਹੋਏਗਾ, ਸਾਡੀ ਕਿਸਮਤ 'ਚ ਲਿਖਿਆ ਹੋਏਗਾ, ਉਹ ਆਪੇ ਟੁੱਟ ਕੇ ਸਾਡੇ ਕੋਲ ਡਿੱਗੇਗਾ। ਮੰਨ ਲਓ ਫਲ ਤੋਂ ਟੁੱਟ ਗਿਆ, ਜਦੋਂ ਫਲ ਪੂਰਾ ਪੱਕ ਜਾਂਦਾ ਆਪਣੇ ਆਪ ਹੀ ਟੁੱਟ ਜਾਂਦਾ। ਕਈ ਵਾਰੀ ਤੁਸੀਂ ਦੇਖਿਆ ਉਹਨੂੰ, ਫਲ ਸਾਧੂ ਬੈਠਾ ਚੌਂਕੜੀ ਮਾਰ ਕੇ, ਫਲ ਥੋੜ੍ਹੇ ਦੂਰ ਜਾ ਕੇ ਡਿੱਗਿਆ ਹੈ, ਸਾਧੂ ਉੱਠ ਕੇ ਨਹੀਂ ਖਾਂਦਾ, ਉੱਠ ਕੇ ਨਹੀਂ ਚੱਕਦਾ। ਉਹ ਕਹਿੰਦਾ ਨਾ, ਇਹ ਮੇਰੀ ਪ੍ਰਲੱਭਤ ਦਾ ਨਹੀਂ। ਜਿਹੜਾ ਮੇਰੀ ਪ੍ਰਲੱਭਤ ਦਾ ਹੋਵੇਗਾ ਨਾ, ਉਹ ਮੇਰੇ ਕੋਲ ਆ ਕੇ ਡਿੱਗੇਗਾ। ਜਿਹੜਾ ਕੋਲ ਆ ਕੇ ਡਿੱਗਦਾ ਸੀ ਉਹਨੂੰ ਖਾਂਦੇ ਸੀ। ਉਹ ਕਹਿੰਦੇ ਜੋ ਮੇਰੀ ਕਿਸਮਤ 'ਚ ਲਿਖਿਆ ਉਹਨੂੰ ਮੈਨੂੰ ਮਿਲ ਹੀ ਜਾਣਾ, ਮੈਨੂੰ ਕੀ ਲੋੜ ਮੈਂ ਉੱਠ ਕੇ ਚੱਕਣ ਜਾਵਾਂ ਉਸ ਫਲ ਨੂੰ। ਉਹ ਕਹਿੰਦੇ ਜੋ ਮੇਰੀ ਕਿਸਮਤ 'ਚ ਲਿਖਿਆ ਹੋਇਆ ਹੈ ਉਹ ਮੈਂ ਜਿੱਥੇ ਵੀ ਬੈਠਾ ਮੈਨੂੰ ਉੱਥੇ ਹੀ ਮਿਲ ਜਾਣਾ ਹੈ। ਪਰ ਇੰਨਾ ਵਿਸ਼ਵਾਸ ਕੌਣ ਲਿਆਵੇ? ਸਾਨੂੰ ਵਿਸ਼ਵਾਸ ਨਾ ਹੋਣ ਕਰਕੇ ਅਸੀਂ ਭਟਕਦੇ ਫਿਰਦੇ ਹਾਂ। ਸਾਡੇ ਭਟਕਣ ਦਾ ਇਹੀ ਕਾਰਨ ਹੈ ਕਿ ਸਾਨੂੰ ਵਿਸ਼ਵਾਸ ਨਹੀਂ ਹੈ। ਇੰਨਾ ਵਿਸ਼ਵਾਸ ਲਿਆਉਣਾ ਵੀ ਬੜਾ ਕਠਿਨ ਹੁੰਦਾ ਹੈ। ਸਾਨੂੰ ਫਿਰ ਯਾਦ ਆ ਜਾਂਦਾ ਵੀ ਗੁਰੂ ਮਹਾਰਾਜ ਗਏ ਕਿਰਤ ਕਰੋ, ਜੇ ਅਸੀਂ ਕੰਮ ਕਰਾਂਗੇ ਤਾਂ ਹੀ ਖਾਵਾਂਗੇ ਨਾ। ਨਾਲ ਫਿਰ ਸਾਨੂੰ ਆ ਯਾਦ ਆ ਜਾਂਦਾ ਹੈ। ਸਮਝ ਨਹੀਂ ਸਾਨੂੰ ਆਉਂਦੀ ਵੀ ਇੱਕ ਪਾਸੇ ਕਹਿੰਦੇ ਕਿਰਤ ਕਰੋ, ਇੱਕ ਪਾਸੇ ਕਹਿੰਦੇ ਕਾਹੇ ਰੇ ਮਨ ਚਿਤ ਮੈਂ ਉਦਮ, ਜਾਂ ਆਹਰ ਹਰ ਜੀਉ ਪਰਿਆ, ਸਹਿਲ ਪੱਥਰ ਮੈਂ ਜੰਤ ਪਾਏ, ਤਾ ਕਾ ਰਿਜ਼ਕ ਆਗੇ ਤਰ। ਕਿਉਂ ਚਿੰਤਾ ਕਰਦੇ ਤੂੰ? ਜਿਹੜਾ ਜੀਵਾਂ ਜੰਤੂ ਕੀੜੇ ਮਕੌੜੇ ਨੂੰ ਖਾਣ ਨੂੰ ਦਿੰਦਾ ਉਹ ਤੈਨੂੰ ਖਾਣ ਨੂੰ ਦੇਗਾ। ਇੱਕ ਪਾਸੇ ਇਹ ਹੈ, ਦੂਜੇ ਪਾਸੇ ਕਹਿੰਦੇ ਕਿਰਤ ਕਰੋ, ਕਿਰਤ ਕਰੋ, ਕਮਾ ਕੇ ਖਾਓ। ਧਰਮ ਨੂੰ ਸਮਝਣ ਲਈ ਨਾ ਬੜੇ ਕੁਛ ਦੀ ਲੋੜ ਹੈ। ਮੈਂ ਦੇਖਿਆ ਇਹ ਬੜੇ ਕੁਛ ਦੀ ਲੋੜ ਹੈ। ਤੁਸੀਂ ਕਹੋਗੇ ਜੀ ਇਹ ਕਿਉਂ ਹੈ? ਦੇਖੋ, ਇੱਕ ਪ੍ਰਾਇਮਰੀ ਦਾ ਬੱਚਾ, ਉਹਦੀ ਹੋਰ ਪੜ੍ਹਾਈ ਹੁੰਦੀ ਹੈ, ਮੈਟ੍ਰਿਕ ਵਾਲੇ ਦੀ ਹੋਰ ਹੁੰਦੀ ਹੈ ਪੜ੍ਹਾਈ, MA ਵਾਲੇ ਦੀ ਹੋਰ ਹੁੰਦੀ ਹੈ ਨਾ। MA ਵਾਲੀਆਂ ਗੱਲਾਂ ਪ੍ਰਾਇਮਰੀ ਦੇ ਬੱਚੇ ਨੂੰ ਨਹੀਂ ਪੜ੍ਹਾਈਆਂ ਜਾ ਸਕਦੀਆਂ, ਉਹਨੂੰ ਸਮਝ ਹੀ ਨਹੀਂ ਆਉਣੀ, ਉਹਨੂੰ ਉਹੀ ਗੱਲਾਂ ਪੜ੍ਹਾਈ ਜਿਹੜੀਆਂ ਉਹਦੇ ਲੈਵਲ ਦੀਆਂ ਨੇ, ਸਮਝ ਆਉਂਦੀਆਂ ਨੇ।
ਬਾਣੀ ਨੇ, ਬਾਣੀ ਦੇ ਵਿੱਚ ਸਾਡੇ ਲੈਵਲ ਦੀ ਗੱਲ ਵੀ ਲਿਖੀ ਹੋਈ ਹੈ ਅਤੇ ਬ੍ਰਹਮ ਗਿਆਨੀ ਲਈ ਵੀ ਲਿਖੀ ਹੋਈ ਹੈ। ਸਾਡਾ ਲੈਵਲ ਹੈ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਬ੍ਰਹਮ ਗਿਆਨੀ ਲਈ ਕਿਉਂ ਚਿੰਤਾ ਕਰਦੇ ਹੋ? ਜੋ ਤੇਰੇ ਭਾਗਾਂ ਤੈਨੂੰ ਮਿਲ ਹੀ ਜਾਣਾ। ਇਹ ਬ੍ਰਹਮ ਗਿਆਨ ਹੈ, ਇਹ ਸਾਡੇ ਲਈ ਨਹੀਂ ਹੈ। ਇਹ ਸਾਡੇ ਲਈ ਨਹੀਂ ਹੈ। ਸਾਡੇ ਲਈ ਕਿਰਤ ਕਰੋ, ਯਤਨ ਕਰੋ। ਸਾਨੂੰ ਉਦਮ ਕਰੇਂਦਿਆਂ ਜੀਓ ਤੂੰ, ਕਮਾਮਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਾਡੇ ਲਈ ਤਾਂ ਇਹ ਹੈ। ਉਦਮ ਕਰੋ, ਮਿਹਨਤ ਕਰੋ, ਯਤਨਸ਼ੀਲ ਹੋਵੋ, ਕਰਮ ਕਰੋ, ਵਿਹਲੇ ਨਾ ਬੈਠੋ, ਹੱਥ 'ਤੇ ਹੱਥ ਧਰ ਕੇ ਨਾ ਬੈਠੋ। ਸਾਡੇ ਲਈ ਇਹ ਸਿੱਖਿਆ ਕਿ ਉਹ ਸਾਡਾ ਜੇ ਇਹੀ ਲੈਵਲ ਹੈ ਔਰ ਸਾਨੂੰ ਸਮਝ ਵੀ ਇਹੀ ਆਉਣੀ ਹੈ। ਉਹ ਦੂਜੀ ਗੱਲ ਜਿਹੜੀ ਦੱਸੀ ਉਹ ਸਾਡੀ ਸਮਝ ਤੋਂ ਉੱਪਰ ਦੀ ਗੱਲ ਹੈ। ਉਹ ਇਸੇ ਲਈ ਸਾਡਾ ਜੇ ਲੈਵਲ ਜਿਹੜਾ ਹੈ ਉਹ ਨੀਵਾਂ ਹੈ ਅਤੇ ਗੁਰੂ ਬਾਰੇ ਗੱਲ ਬੜੀ ਉੱਪਰਲੀ ਕਰਤੀ ਹੈ। ਪੰਜਵੀਂ ਦਾ ਬੱਚਾ ਜਿੰਨਾ ਮਰਜ਼ੀ ਜ਼ੋਰ ਲਾ ਲਏ ਉਹਨੂੰ ਐਮ ਏ ਵਾਲੀ ਗੱਲ ਸਮਝ ਨਹੀਂ ਆਵੇਗੀ, ਨਹੀਂ ਆਵੇਗੀ ਸਮਝ ਨੂੰ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਹ ਕਿਸੇ ਗੁਰਬਾਣੀ ਦੀ ਬਹੁਤ ਸਾਰੀਆਂ ਗੱਲਾਂ ਅਜੇ ਸਾਨੂੰ ਸਮਝ ਨਹੀਂ ਆਉਂਦੀਆਂ। ਮੀਨਿੰਗ 'ਤੇ ਆ ਕੇ ਸਾਡੇ ਵਰਗੇ ਨੇ ਸਮਝਾਤੇ ਮੀਨਿੰਗ, ਉਹ ਗੱਲ ਹੋਰ ਹੁੰਦੀ ਹੈ। ਪਰ ਇਹ ਸਮਝ ਆਉਣਾ, ਇਹ ਬ੍ਰਹਮ ਗਿਆਨ ਦੀਆਂ ਬਾਤਾਂ ਨੇ। ਜਦੋਂ ਅਸੀਂ ਉੱਥੇ ਪਹੁੰਚਾਂਗੇ ਫਿਰ ਸਾਨੂੰ ਉਹ ਗੱਲ ਆਮ ਲੱਗਣ ਲੱਗ ਜਾਏਗੀ। ਜਿਵੇਂ ਕਿਰਤ ਕਰੋ, ਸਾਨੂੰ ਸਮਝ ਆ ਰਹੀ ਹੈ ਨਾ, ਕਿਰਤ ਕਰੋ, ਉਹ ਸਾਨੂੰ ਨਹੀਂ ਸਮਝ ਆ ਰਹੀ। ਜਦੋਂ ਅਸੀਂ ਉੱਥੇ ਪਹੁੰਚ ਜਾਵਾਂਗੇ ਫਿਰ ਸਾਨੂੰ ਸਮਝ ਆ ਜਾਏਗੀ। ਹਾਂ ਪਿਓ, ਮੈਂ ਨਹੀਂ ਕਿਰਤ ਕੀਤੀ, ਕਿਰਤ ਕਰਾਉਣ ਵਾਲਾ ਵੀ ਉਹੀ ਸੀ। ਮੈਂ ਤਾਂ ਐਵੇਂ ਸਾਧਨ ਸੀ, ਕਿਰਤ ਕਰਾਉਣ ਵਾਲਾ ਤਾਂ ਉਹੀ ਸੀ। ਸੋ ਇਸ ਲਈ ਤਾਂ ਕਰਕੇ ਸਾਨੂੰ ਐਂ ਲੱਗਦਾ ਬਾਣੀ 'ਚ ਦੋ ਵਿਚਾਰ ਦਿੱਤੇ ਹੋਏ ਨੇ। ਕਿਤੇ ਲਿਖਿਆ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸੰਸਾਰ ਜਿਹੜਾ ਪਰਮਾਤਮਾ ਦੇ ਰਹਿਣ ਦਾ ਘਰ ਹੈ। ਘਰ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਤੇ ਕਿਤੇ ਲਿਖਿਆ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਕਿਤੇ ਲਿਖਿਆ ਕੂੜ ਸਭ ਸੰਸਾਰ, ਅਤੇ ਕਿਤੇ ਲਿਖਿਆ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੈ ਨਾ ਦੋਨੋਂ ਅੱਡ ਅੱਡ ਚੀਜ਼ਾਂ। ਵੀ ਇੱਕ ਪਾਸੇ ਕਹਿੰਦੇ ਕੂੜ ਹੈ ਅਤੇ ਜਿੱਥੇ ਪਰਮਾਤਮਾ ਰਹਿੰਦਾ ਉੱਥੇ ਸਦਾ ਰਹਿਣ ਵਾਲੀ ਚੀਜ਼ ਹੈ। ਇਹ ਕਿਵੇਂ ਹੋ ਗਿਆ? ਜਿਹੜਾ ਕੂੜ ਵਾਲਾ ਸ਼ਬਦ ਹੈ ਨਾ, ਇਹ ਸਾਡੇ ਲਈ ਹੈ, ਇਹ ਸਾਡੇ ਲੈਵਲ ਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਬ੍ਰਹਮ ਗਿਆਨੀ ਲਈ ਹੈ। ਕੋਈ ਸਮਝ ਆ ਰਹੀ ਹੋਣੀ ਸ਼ਾਇਦ ਮੇਰੀ ਗੱਲ। ਇਸ ਲਈ ਕਿਸੇ ਭਰਮ 'ਚ ਨਹੀਂ ਪੈਣਾ, ਕਿਸੇ ਦਵੰਦ 'ਚ ਨਹੀਂ ਪੈਣਾ ਕਿ ਇੱਕ ਪਾਸੇ ਸੰਸਾਰ ਨੂੰ ਕੂੜ ਲਿਖਿਆ ਹੋਇਆ, ਦੂਜੇ ਕਹਿੰਦੇ ਸੱਚੇ ਦੀ ਕੋਠੜੀ ਹੈ। ਨਹੀਂ, ਇੱਕ ਸਾਡੇ ਲਈ ਹੈ, ਇੱਕ ਬ੍ਰਹਮ ਗਿਆਨੀ ਲਈ ਗੱਲ ਹੈ। ਸੋ ਜੋ ਸਾਡੇ ਲਈ ਹੈ ਅਸੀਂ ਅਜੇ ਉਸ 'ਤੇ ਹੀ ਅਮਲ ਕਰਨਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਅਭਗਤ ਹੈਂ, ਬਿਰਕਤ ਹੈਂ, ਅਨਾਸ ਹੈਂ, ਪ੍ਰਕਾਸ਼ ਹੈਂ। ਅਭਗਤ ਹੈਂ, ਤੂੰ ਕਿਸੇ ਦਾ ਭਗਤ ਨਹੀਂ ਹੈ, ਤੂੰ ਕਿਸੇ ਦੀ ਭਗਤੀ ਨਹੀਂ ਕਰਦਾ। ਬਿਰਕਤ ਹੈਂ, ਤੂੰ ਨਿਰਲੇਪ ਹੈ, ਤੂੰ ਕਿਸੇ ਨਾਲ ਇੱਕ ਪਦ ਲਿਖਿਆ ਪ੍ਰਯੁਕਤ ਹੈ, ਵੀ ਤੂੰ ਸਾਰਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇੱਕ ਪਾਸੇ ਕਹਿੰਦੇ ਬਿਰਕਤ ਹੈ, ਤੂੰ ਨਿਰਲੇਪ ਹੈ, ਕਿਸੇ ਨਾਲ ਕੋਈ ਜੁੜਿਆ ਹੋਇਆ ਨਹੀਂ ਹੈ। ਦੋਨੋਂ ਆਹੀ ਫਰਕ ਹੈ ਬਸ। ਇਸ ਲਈ ਕਿਸੇ ਸ਼ੰਕਾ 'ਚ ਨਹੀਂ ਪੈਣਾ। ਇਹ ਸਮਝਣਾ ਜਿਹੜੀ ਗੱਲ ਤੁਹਾਨੂੰ ਸਮਝ ਆ ਰਹੀ ਹੈ ਨਾ, ਸਮਝੋ ਇਹ ਤੁਹਾਡੇ ਲਈ ਹੈ। ਅਤੇ ਜਿਹੜੀ ਗੱਲ ਸਮਝ ਤੋਂ ਉੱਪਰ ਹੈ, ਉਹ ਇਹਦਾ ਮਤਲਬ ਉਹ ਅਜੇ ਉੱਪਰ ਵਾਲੀ ਅਵਸਥਾ ਵਾਲਿਆਂ ਲਈ ਹੈ। ਉਹ ਉੱਪਰਲੀ ਅਵਸਥਾ ਵਾਲਿਆਂ ਲਈ ਗੱਲ ਹੈ। ਜਿਹੜੀ ਸਾਡੀ ਅਵਸਥਾ ਹੋਵੇਗੀ ਉਹ ਸਾਨੂੰ ਬਿਲਕੁਲ ਸਮਝ ਆ ਜਾਏਗੀ ਗੱਲ। ਬਾਣੀ 'ਚ ਜਿਹੜੀ ਗੱਲ ਸਾਡੀ ਅਵਸਥਾ ਦੀ ਕੀਤੀ ਜਾਵੇਗੀ ਉਹ ਸਾਨੂੰ ਸਮਝ ਆ ਜਾਏਗੀ। ਜਿਹੜੀ ਉੱਚੀ ਅਵਸਥਾ ਦੀ ਗੱਲ ਹੋਵੇਗੀ ਉਹ ਸਾਨੂੰ ਸਮਝ ਨਹੀਂ ਆਵੇਗੀ। ਪਰ ਇਹ ਨਹੀਂ ਸਮਝ ਲੈਣਾ ਕਿ ਪਤਾ ਨਹੀਂ ਕੋਈ ਗਲਤ ਹੈ, ਨਹੀਂ। ਇਹ ਸਮਝਣਾ ਕਿ ਮੇਰੀ ਅਜੇ ਅਵਸਥਾ ਨੀਵੀਂ ਹੈ, ਮੇਰੀ ਮਤ ਥੋੜ੍ਹੀ ਰਾਮ। ਇਸ ਲਈ ਜਿਹੜੀ ਥੋੜ੍ਹੀ ਮਤ ਹੈ ਸਾਡੀ, ਇਸ ਲਈ ਅਜੇ ਸਾਰੀ ਬਾਣੀ ਦੀਆਂ ਗੱਲਾਂ ਸਾਨੂੰ ਸਮਝ ਨਹੀਂ ਆਉਣੀਆਂ। ਅਰਥ ਤਾਂ ਆ ਜਾਣਗੇ, ਅਰਥਾਂ ਦੀ ਕੋਈ ਗੱਲ ਨਹੀਂ। ਅਰਥ ਤਾਂ ਮੈਨੂੰ ਵੀ ਆ ਗਏ ਨੇ ਅਤੇ ਮੈਂ ਤੁਹਾਨੂੰ ਸਮਝਾ ਵੀ ਦੇਵਾਂਗਾ।
ਪਰ ਗੱਲ ਅਰਥਾਂ ਨਾਲ ਨਹੀਂ, ਗੱਲ ਤੇ ਹੈ ਗੁਰੂ ਮਹਾਰਾਜ ਕਿਸ ਲੈਵਲ 'ਤੇ ਬੋਲ ਰਹੇ ਨੇ, ਉਸ ਲੈਵਲ 'ਤੇ ਪਹੁੰਚ ਕੇ ਹੀ ਅਸਲ ਵਿੱਚ ਉਹ ਸਾਰੀ ਗੱਲ ਸਮਝ ਆਉਣੀ ਹੈ। ਸੋ ਉਦਾਸ ਹੈ ਦਾ ਵੀ ਅਰਥ ਹੈ ਨਿਰਲੇਪ ਹੈ, ਬਿਰਕਤ ਦਾ ਵੀ ਅਰਥ ਹੈ ਤੂੰ ਨਿਰਲੇਪ ਹੈ, ਅਨਾਸ਼ ਹੈ, ਤੂੰ ਨਾਸ਼ ਤੋਂ ਰਹਿਤ ਹੈ, ਪਾ ਅਵਿਨਾਸ਼ੀ ਹੈ, ਪ੍ਰਕਾਸ਼ ਹੈ, ਤੂੰ ਚਾਨਣ ਹੀ ਚਾਨਣ। ਤਾਂ ਹੀ ਪਰਮਾਤਮਾ ਜੋਤ ਸਰੂਪ ਕਹਿੰਦੇ, ਪਰਮਾਤਮਾ ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹ ਪ੍ਰਕਾਸ਼ ਸਰੂਪ ਹੈ। ਅੱਗੇ ਕਹਿੰਦੇ ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ। ਨਿਚਿੰਤ ਹੈ, ਚਿੰਤ ਚਿੰਤਾ ਦੇ, ਨਿਚਿੰਤ ਹੈ ਤੈਨੂੰ ਕੋਈ ਚਿੰਤਾ ਨਹੀਂ। ਸੁਨਿੰਤ ਹੈ, ਤੂੰ ਸਾਰਿਆਂ ਦੀ ਗੱਲਾਂ ਸੁਣਨ ਵਾਲਾ ਹੈ। ਪਰਮਾਤਮਾ ਸੁਣਦਾ ਹੈ, ਗੁਰੂ ਮਹਾਰਾਜ ਸੁਣਦੇ ਨੇ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਗੁਰੂ ਮਹਾਰਾਜ ਸੁਣ ਰਹੇ ਨੇ, ਵੇਖ ਰਹੇ ਨੇ, ਪਰ ਅਸੀਂ ਇਹਨੂੰ ਨਾ ਪ੍ਰੈਕਟੀਕਲ 'ਚ ਨਹੀਂ ਲਿਆਉਂਦੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹ ਕੇ ਸਿੱਖ ਦੋਨੋਂ ਹੱਥ ਜੋੜ ਕੇ ਅਰਦਾਸ ਕਰ ਰਿਹਾ ਮਨ 'ਚ, ਸੱਚੇ ਪਾਤਸ਼ਾਹ ਮੈਨੂੰ ਸਰਕਾਰੀ ਨੌਕਰੀ ਦੇ ਦੇ, ਕੋਈ ਕਹਿੰਦਾ ਮੈਨੂੰ ਪੁੱਤਰ ਦੇ ਦੇ, ਕੋਈ ਕਹਿੰਦਾ ਮੈਨੂੰ ਆਹ ਦੇ ਦੇ, ਉਹ ਦੇ ਦੇ, ਮੰਗਦੇ ਨਾ ਕੁਛ, ਪਰ ਮਨ 'ਚ ਹੀ ਕਹਿ ਰਿਹਾ ਨਾ। ਉਹਨੇ ਵਿਸ਼ਵਾਸ ਹੈ ਕਿ ਜੋ ਮੈਂ ਕਹਿ ਰਿਹਾ ਇਸ ਨੂੰ ਗੁਰੂ ਮਹਾਰਾਜ ਸੁਣ ਰਹੇ ਨੇ, ਸੁਣ ਰਹੇ ਨੇ। ਜੇ ਗੁਰੂ ਮਹਾਰਾਜ ਨੂੰ ਨਾ ਦਿਸਦਾ ਹੁੰਦਾ ਹੱਥ ਜੋੜਨ ਦੀ ਲੋੜ ਹੀ ਨਹੀਂ ਸੀ। ਜੇ ਇਕੱਲਾ ਸੁਣਦਾ ਹੁੰਦਾ, ਦਿਸਦਾ ਨਾ ਹੁੰਦਾ ਤਾਂ ਫਿਰ ਠੀਕ ਉਂਝ ਹੀ ਕਹਿੰਦੇ ਹਾਂਜੀ। ਨਹੀਂ, ਸਾਨੂੰ ਇਹ ਗੁਰੂ ਮਹਾਰਾਜ ਵੇਖ ਰਹੇ ਨੇ, ਹੈ ਇਹ ਕਿਵੇਂ ਖੜ੍ਹਾ, ਕਿਵੇਂ ਖੜ੍ਹਾ, ਹੱਥ ਜੋੜ ਕੇ ਖੜ੍ਹਾ। ਸਦ ਸੁਣਦਾ, ਸਦ ਵੇਖਦਾ। ਗੁਰੂ ਅਤੇ ਪਰਮਾਤਮਾ ਸਦਾ ਹੀ ਸੁਣ ਰਹੇ ਨੇ, ਸਦਾ ਹੀ ਵੇਖ ਰਹੇ ਨੇ। ਇਹ ਨਹੀਂ ਕਿ ਅਸੀਂ ਸੁੱਤੇ ਹੋਏ ਤਾਂ ਸਾਨੂੰ ਨਹੀਂ ਵੇਖ ਰਹੇ, ਐਸਾ ਨਹੀਂ ਹੈ। ਸਾਨੂੰ ਸੁੱਤਿਆਂ ਨੂੰ ਵੇਖ ਰਹੇ ਨੇ, ਸਾਨੂੰ ਜਾਗਦਿਆਂ ਨੂੰ ਵੇਖ ਰਹੇ ਨੇ। ਅਸੀਂ ਚੰਗਾ ਕਰ ਰਹੇ ਤਾਂ ਵੇਖ ਰਹੇ ਨੇ, ਅਸੀਂ ਮੰਦਾ ਕਰ ਰਹੇ ਤਾਂ ਵੀ ਵੇਖ ਰਹੇ ਹਾਂ। ਜਦੋਂ ਤਾਂ ਅਸੀਂ ਅਰਦਾਸ ਕਰਦੇ ਹਾਂ ਉਹ ਤਾਂ ਸਾਨੂੰ ਵਿਸ਼ਵਾਸ ਹੈ ਕਿ ਗੁਰੂ ਵੇਖ ਰਿਹਾ ਅਤੇ ਗੁਰੂ ਸੁਣ ਰਿਹਾ। ਜਦੋਂ ਅਸੀਂ ਪੁੱਠੇ ਸਿੱਧੇ ਕੰਮ ਕਰਦੇ ਹਾਂ ਫਿਰ ਸਾਨੂੰ ਗੱਲ ਹੀ ਭੁੱਲ ਜਾਂਦੀ ਹੈ। ਫਿਰ ਸੋਚਦੇ ਉਹ ਗੁਰੂ ਤਾਂ ਗੁਰਦੁਆਰੇ ਬੈਠਾ, ਕਿਹੜਾ ਘਰ ਹੈ? ਮਨੁੱਖੀ ਸੋਚਦੇ ਗੁਰੂ ਤਾਂ ਗੁਰਦੁਆਰਾ ਸਾਹਿਬ ਬੈਠਾ, ਵੀ ਉਹ ਤਾਂ ਉੱਥੇ ਹੀ ਸੁਣਦਾ, ਬਸ ਉੱਥੇ ਹੀ ਵੇਖਦਾ ਹੈ। ਗੁਰੂ ਤਾਂ ਸਰਬ ਵਿਆਪਕ ਹੈ। ਜਦੋਂ ਕੋਈ ਵੀ ਮਨੁੱਖ ਬ੍ਰਹਮ ਗਿਆਨੀ ਹੋ ਜਾਂਦਾ ਹੈ ਉਹ ਰੱਬ ਰੂਪ ਹੋ ਜਾਂਦਾ। ਪਰਮਾਤਮਾ ਸਰਬ ਵਿਆਪਕ ਹੈ, ਸਭ ਥਾਵਾਂ 'ਤੇ ਪਰਮਾਤਮਾ ਹੈ, ਅਤੇ ਬ੍ਰਹਮ ਗਿਆਨੀ ਵੀ ਫਿਰ ਸਾਰੇ ਥਾਵਾਂ 'ਤੇ ਹੁੰਦਾ। ਅਤੇ ਸਾਡੇ ਗੁਰੂ ਸਾਰੇ ਹੀ ਬ੍ਰਹਮ ਗਿਆਨੀ ਸਨ। ਇਸ ਲਈ ਸਰੀਰ ਤਿਆਗਣ ਤੋਂ ਬਾਅਦ ਉਹ ਸਰਬ ਵਿਆਪਕ ਹੋ, ਸਭ ਥਾਂ 'ਤੇ ਨੇ, ਇੱਕੋ ਹੀ ਸਮੇਂ ਲੱਖਾਂ ਥਾਵਾਂ 'ਤੇ ਜਾ ਸਕਦੇ ਹਨ। ਜਿਵੇਂ ਆਪਾਂ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮੰਨ ਲਓ ਮਨਾ ਰਹੇ ਹਾਂ, ਲੱਖਾਂ ਹੀ ਗੁਰਦੁਆਰੇ ਸਾਰੇ ਸੰਸਾਰ 'ਚ। ਹੋ ਸਕਦਾ ਗੁਰੂ ਮਹਾਰਾਜ ਦਸਮ ਪਾਤਸ਼ਾਹ ਲੱਖਾਂ ਥਾਵਾਂ 'ਤੇ ਗਏ ਹੋਣ, ਹਾਲਾਂਕਿ ਗੁਰੂ ਤਾਂ ਇੱਕੋ ਹੀ ਹੈ, ਲੱਖਾਂ ਥਾਵਾਂ 'ਤੇ ਕਿਵੇਂ ਆ ਸਕਦਾ? ਉਹ ਸਰਬ ਵਿਆਪਕ ਹੁੰਦੇ ਨੇ, ਉਹ ਇੱਕੋ ਹੀ ਸਮੇਂ 'ਤੇ ਹਜ਼ਾਰਾਂ ਲੱਖਾਂ ਥਾਵਾਂ 'ਤੇ ਜਾ ਸਕਦੇ ਹਨ। ਇਸ ਲਈ ਸੁਨਿੰਤ ਹੈ, ਹੇ ਪਰਮਾਤਮਾ ਤੂੰ ਸਭ ਦੀਆਂ ਸੁਣਨ ਵਾਲਾ ਹੈ। ਨਿਚਿੰਤ ਹੈ, ਤੂੰ ਚਿੰਤਾ ਤੋਂ ਰਹਿਤ ਹੈ। ਅਲਿਖ ਹੈ, ਤੈਨੂੰ ਲਿਖਿਆ ਨਹੀਂ ਜਾ ਸਕਦਾ, ਤੂੰ ਲਿਖਤ 'ਚ ਨਹੀਂ ਆ ਸਕਦਾ। ਜੋ ਕੁਛ ਲਿਖਿਆ ਹੈ ਅਨੁਭਵ ਤੋਂ ਲਿਖਿਆ ਹੋਇਆ ਹੈ। ਪਰ ਗੁਰੂ ਮਹਾਰਾਜ ਆਪ ਵੀ ਕਹਿੰਦੇ ਨੇ ਕਿ ਸਾਰਾ ਕੁਛ ਤੇਰੇ ਬਾਰੇ ਲਿਖਿਆ ਨਹੀਂ ਜਾ ਸਕਦਾ। ਇਸ ਲਈ ਪਰਮਾਤਮਾ ਅਲਿਖ ਹੈ, ਲਿਖਣ ਤੋਂ ਰਹਿਤ ਹੈ। ਉਹਨੂੰ ਸਾਰੇ ਦੇ ਸਾਰੇ ਲਿਖਿਆ ਨਹੀਂ ਜਾ ਸਕਦਾ, ਉਹਦਾ ਸਾਰੇ ਦਾ ਸਾਰਾ ਵਰਣਨ ਨਹੀਂ ਕੀਤਾ ਜਾ ਸਕਦਾ। ਅਲਿਖ ਹੈ, ਅਦਿਖ ਹੈ, ਤੂੰ ਦਿਸਦਾ ਨਹੀਂ ਹੈ, ਤੂੰ ਦਿਸਦਾ ਨਹੀਂ। ਉਹਦੇ ਦੋ ਰੂਪ ਨੇ, ਇੱਕ ਨਿਰਗੁਣ, ਇੱਕ ਸਰਗੁਣ। ਨਿਰਗੁਣ ਉਹ ਸਰੂਪ ਹੁੰਦਾ ਜਿਹੜਾ ਇਹਨਾਂ ਅੱਖਾਂ ਨਾਲ ਨਾ ਦਿਸੇ, ਸਰਗੁਣ ਉਹ ਸਰੂਪ ਹੁੰਦਾ ਜਿਹੜਾ ਅੱਖਾਂ ਨਾਲ ਦਿਸੇ।
ਜੋ ਕੁਛ ਵੀ ਦਿਸ ਰਿਹਾ ਪਰਮਾਤਮਾ ਕਹਿੰਦਾ ਇਹ ਮੈਂ ਹੀ ਹਾਂ, ਇਹ ਮੈਂ ਹੀ ਹਾਂ, ਇਹ ਮੇਰਾ ਸਰਗੁਣ ਸਰੂਪ ਹੈ। ਇਹ ਅੱਖਾਂ ਨਾਲ ਦਿਸਦਾ, ਪਰ ਜੋ ਪਰਮਾਤਮਾ ਦਾ ਅਸਲੀ ਸਰੂਪ ਹੈ ਉਹ ਨਿਰਗੁਣ ਹੈ, ਉਹ ਨਹੀਂ ਦਿਸਦਾ। ਜਦੋਂ ਧੰਨਾ ਭਗਤ ਦੀ ਰੋਟੀ ਖਾਧੀ ਭਗਵਾਨ ਨੇ, ਦਿਸ ਰਿਹਾ ਸੀ ਨਾ ਧੰਨਾ ਜੀ ਨੂੰ, ਧੰਨਾ ਜੀ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਹੈ। ਹੋਰ ਕਿਸੇ ਨੂੰ ਨਹੀਂ ਦਿਸ ਰਿਹਾ ਧੰਨਾ, ਹੋਰ ਕਿਸੇ ਨੂੰ ਨਹੀਂ ਦਿਸ ਰਿਹਾ ਪਰਮਾਤਮਾ ਰੋਟੀ ਖਾਂਦਾ ਹੋਇਆ, ਭਗਵਾਨ ਰੋਟੀ ਖਾ ਰਿਹਾ। ਫਿਰ ਜੂਠੀ ਛੱਡਤੀ ਹੈ, ਉਹਨੂੰ ਕਿਹਾ ਸੀਤ ਪ੍ਰਸਾਦ, ਲੈ ਧੰਨੇ ਤੂੰ ਖਾ ਲੈ। ਜਿਉਂ ਹੀ ਬੁਰਕੀ ਭਰੀ ਹੈ ਨਾਲ ਦੇ ਕਪਾਟ ਖੁੱਲ੍ਹ ਕੇ ਸਾਰੇ ਗਿਆਨ ਹੋ ਗਿਆ। ਸਾਧੂਆਂ ਦਾ ਜੂਠਾ ਐਵੇਂ ਨਹੀਂ ਲੋਕ ਖਾਂਦੇ, ਸਾਧੂ ਸਿਆਣੇ ਨੇ ਉਹ ਜੂਠ ਛੱਡਦੇ ਹੀ ਨਹੀਂ। ਤੂੰ ਦੇਖਿਓ ਸਾਧੂ ਚਟਮ ਕਰ ਜੋ ਉਹਨਾਂ ਅੱਗੇ ਪਾਇਆ ਹੁੰਦਾ ਉਹ ਲੈਂਦੇ ਹੀ ਉਹਨੇ, ਜਿਹੜਾ ਸਾਰਾ ਉਹਨਾਂ ਨੇ ਖਾਣਾ, ਉਹ ਜੂਠ ਨਹੀਂ ਛੱਡਦੇ। ਵੀ ਇਹ ਕਿਉਂ ਐ ਮੁਫਤ ਦਾ ਹੀ ਫਾਇਦਾ ਉਠਾ ਜਾਣ? ਨਹੀਂ, ਉਹਨਾਂ ਸੇਵਾ ਕੀਤੀ ਹੁੰਦੀ ਹੈ, ਉਹਨਾਂ ਦੀ ਸ਼ਰਧਾ ਭਾਵਨਾ ਹੁੰਦੀ ਹੈ ਕਿ ਕੁਝ ਸੀਤ ਪ੍ਰਸਾਦ ਸੰਤ ਮਹਾਤਮਾ ਸਾਡੇ ਲਈ ਛੱਡ ਦੇਣ। ਸੋ ਇਸ ਲਈ ਪਰਮਾਤਮਾ ਜਿਹੜਾ ਹੈ ਉਹ ਅਦਿੱਖ ਹੈ, ਉਹ ਦਿਸਦਾ ਨਹੀਂ ਹੈ, ਉਹ ਦਿਸਦਾ ਨਹੀਂ ਹੈ ਕਿਉਂਕਿ ਉਹਦਾ ਨਿਰਗੁਣ ਸਰੂਪ ਹੈ। ਉਹ ਸਰਗੁਣ 'ਚ ਦਿਸਦਾ, ਜਿਹੜਾ ਉਹਦਾ ਨਿਰਗੁਣ ਸਰੂਪ ਹੈ ਉਹ ਨਹੀਂ ਦਿਸਦਾ। ਤਾਂ ਧੰਨੇ ਨੂੰ ਭਗਵਾਨ ਕਹਿੰਦਾ, ਧੰਨਿਆ ਜੋ ਤੂੰ ਮੈਨੂੰ ਵੇਖ ਰਿਹਾ ਮੇਰਾ ਇਹ ਅਸਲੀ ਸਰੂਪ ਨਹੀਂ ਹੈ, ਇਹ ਤਾਂ ਮੈਂ ਤੈਨੂੰ ਦਰਸ਼ਨ ਦੇਣ ਲਈ ਇਹ ਸਰੂਪ ਧਾਰਨ ਕੀਤਾ। ਪਰ ਜੇ ਤੂੰ ਮੇਰੇ ਅਸਲੀ ਸਰੂਪ ਜੋ ਨਿਰਗੁਣ ਸਰੂਪ ਹੈ, ਜੇ ਤੂੰ ਉਹਦੇ ਦਰਸ਼ਨ ਕਰਨੇ ਫਿਰ ਗੁਰੂ ਧਾਰਨ ਕਰ। ਗੁਰੂ ਤੈਨੂੰ ਗੁਰਮੰਤਰ ਦੇਗਾ, ਫਿਰ ਉਹਦਾ ਜਾਪ ਕਰਦਾ ਰਹੀਂ, ਫਿਰ ਤੈਨੂੰ ਇੱਕ ਦਿਨ ਸਾਡੇ ਅਸਲੀ ਸਰੂਪ ਦੇ ਦਰਸ਼ਨ ਹੋਣਗੇ। ਉਹ ਹੈ ਨਿਰਗੁਣ ਸਰੂਪ, ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਜਿਹੜਾ ਦਿਵ ਦ੍ਰਿਸ਼ਟੀ ਨਾਲ ਵੀ ਨਾ ਦਿਸੇ। ਦਿਵ ਦ੍ਰਿਸ਼ਟੀ ਨਾਲ ਸੂਖਸ਼ਮ ਸਰੀਰ ਦਿਸ ਪੈਂਦਾ। ਫਰਜ਼ ਕਰੋ ਇੱਥੇ ਗੁਰੂ ਨਾਨਕ ਦੇਵ ਜੀ ਆ ਗਏ ਨੇ ਜਾਂ ਬੈਠੇ ਨੇ, ਜੇ ਦਿਵ ਦ੍ਰਿਸ਼ਟੀ ਕਿਸੇ ਖੁੱਲ੍ਹੇ ਉਹਨੂੰ ਦਿਸਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ। ਇਹ ਖਿਆਲ ਰੱਖਣਾ, ਗੁਰੂ ਜਦੋਂ ਆਉਂਦੇ ਨਾ ਇਹ ਮੈਟ 'ਤੇ ਨਹੀਂ ਬਹਿੰਦੇ, 6 ਇੰਚ ਉੱਚੇ ਰਹਿੰਦੇ ਨੇ, ਉਹ ਟੱਚ ਹੀ ਨਹੀਂ ਕਰਦੇ ਧਰਤੀ ਨੂੰ। ਉਹ ਨਾ ਸਰੀਰ ਸੂਖਮ ਧਰਤੀ ਨੂੰ ਟੱਚ ਨਹੀਂ ਕਰਦਾ, ਉਹ ਧਰਤੀ ਉੱਪਰ ਹੀ ਬੈਠੇ ਚੌਂਕੜੀ ਮਾਰ ਕੇ ਬੈਠੇ ਰਹਿੰਦੇ, ਕਰਦੇ ਉਹ 6 ਇੰਚ ਉੱਚੇ ਬੈਠੇ ਹੁੰਦੇ। ਸੂਖਸ਼ਮ ਜਿਹੜਾ ਸਰੀਰ ਹੈ ਉਹ ਉਹਨੂੰ ਦਿਸਦਾ ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ, ਉਹਨੂੰ ਸੂਖਸ਼ਮ ਸਰੀਰ ਦਿਸੇਗਾ। ਪਰ ਜੋ ਅਸਲੀ ਰੂਪ ਹੈ ਪਰਮਾਤਮਾ ਦਾ ਉਹ ਦਿਵ ਦ੍ਰਿਸ਼ਟੀ ਨਾਲ ਵੀ ਨਹੀਂ ਦਿਸਦਾ। ਜੋ ਦਿਸਦਾ ਹੁੰਦਾ ਤਾਂ ਜ਼ਰੂਰ ਲਿਖ ਦਿੰਦੇ ਸੀ ਪੀਰ ਪੈਗੰਬਰ ਮਹਾਤਮਾ ਗੁਰੂ ਜਿੰਨੇ ਹੋਏ ਵੀ ਪਰਮਾਤਮਾ ਇਹੋ ਜਿਹਾ ਹੈ। ਉਹ ਜਿਹੜਾ ਉਹਦਾ ਅਸਲੀ ਸਰੂਪ ਹੈ ਉਹਦਾ ਸਿਰਫ ਅਨੁਭਵ ਹੁੰਦਾ, ਉਹ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਹੈ, ਅਨੁਭਵ ਹੁੰਦਾ। ਸੋ ਇਸ ਲਈ ਪਰਮਾਤਮਾ ਅਦਿੱਖ ਹੈ, ਅਦ੍ਰਿਸ਼ਟ ਹੈ, ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਅਲਿਖ ਹੈ। ਉਹ ਲੇਖ 'ਚ ਨਹੀਂ ਆਉਂਦਾ, ਉਹ ਲਿਖਤ 'ਚ ਨਹੀਂ ਆਉਂਦਾ। ਸੁਨਿੰਤ ਹੈ ਤੂੰ ਸੁਣਨ ਵਾਲਾ ਹੈ, ਨਚਿੰਤ ਹੈ ਤੂੰ ਨਿਸ਼ਚਿੰਤ ਹੈ। ਅਲੇਖ ਹੈ, ਅਭੇਖ ਹੈ, ਅਟਾ ਹੈ, ਅਗਾਹ ਹੈ। ਇੱਕ ਹੁੰਦਾ ਅਲੇਖ, ਇੱਕ ਅਲੇਖ। ਖਿਆਲ ਰੱਖਣ ਉੱਤੇ ਹੈ ਅਲਿਖ, ਜਿਹਨੂੰ ਸਾਰੇ ਦਾ ਸਾਰਾ ਲਿਖਿਆ ਨਹੀਂ ਜਾ ਸਕਦਾ। ਅਲੇਖ ਹੁੰਦਾ ਜਿਹਦੇ ਮੱਥੇ 'ਤੇ ਕੋਈ ਲੇਖ ਹੀ ਨਹੀਂ ਲਿਖਿਆ ਹੋਇਆ। ਸਾਡੇ ਤਾਂ ਲੇਖ ਲਿਖੇ ਨਾ ਮੱਥੇ 'ਤੇ, ਉਹ ਸਾਨੂੰ ਭੋਗਣੇ ਪੈਂਦੇ, ਉਹ ਲੇਖ ਮਿਟਦੇ ਨਹੀਂ। ਲੇਖ ਨਾ ਮਿਟ ਹੀ ਸਹੇ ਸਕੀ ਜੋ ਲਿਖਿਆ ਕਰਤਾ। ਲੇਖ ਹੈ, ਉਹਨੂੰ ਕਹਿੰਦੇ ਹੋਣੀ, ਉਹਨੂੰ ਕੀ ਕਹਿੰਦੇ ਹੋਣੀ, ਅਤੇ ਹੋਣੀ ਹੋਣੀ ਹੋਈ ਹੈ, ਹੋਣੀ ਨਹੀਂ ਮਿਟਿਆ ਕਰਦੀ। ਅਸੀਂ ਉਹਦੇ ਪ੍ਰਭਾਵ ਨੂੰ ਮਿਟਾ ਸਕਦੇ ਹਾਂ, ਉਹਦੇ ਪ੍ਰਭਾਵ ਨੂੰ ਘਟਾ ਸਕਦੇ ਹਾਂ, ਉਹਨੂੰ ਟੋਟਲ ਨਹੀਂ ਮਿਟਾ ਸਕਦੇ ਹੋਣੀ ਨੂੰ। ਜਿਹੜੀ ਤਾਂ ਹੀ ਨਵੇਂ ਪਾਤਸ਼ਾਹ ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਤਾਂ ਹੁੰਦੀ ਹੀ ਨਹੀਂ, ਉਹੀ ਹੁੰਦਾ ਜੋ ਹੋਣਾ ਹੁੰਦਾ। ਜੋ ਲਿਖਿਆ ਵੀ ਤੇਰੇ ਨਾਲ ਆ ਹੋਊਗਾ ਉਸੇ ਤਰ੍ਹਾਂ ਹੁੰਦਾ। ਸਿਰਫ ਇੰਨਾ ਕਿ ਅਸੀਂ ਭਜਨ ਬੰਦਗੀ ਕਰ ਕਰਕੇ ਉਸਦੇ ਪ੍ਰਭਾਵ ਨੂੰ ਘਟਾ ਸਕਦੇ ਹਾਂ। ਜਿਵੇਂ ਸੂਲੀ ਤੋਂ ਸੂਲ ਬਣਾ ਲਈਏ,
ਚੜ੍ਹਨਾ ਸੂਲੀ ਤੇ ਸੀ, ਪਰ ਭਜਨ ਬੰਦੀ ਕਰ ਕਰਕੇ ਇੰਨਾ ਕੁ ਦੁੱਖ ਹੈ ਜਿੰਨਾ ਕੰਡੇ ਦਾ ਦੁੱਖ ਹੁੰਦਾ। ਹੋਊਗਾ ਜ਼ਰੂਰ, ਟੋਟਲ ਨਹੀਂ ਮੁੱਕਿਆ ਕਰਮ ਨਹੀਂ। ਠੀਕ ਹੈ, ਸੂਲੀ ਤੇ ਚੜ੍ਹਨਾ ਸੀ, ਉਹ ਭਜਨਬੰਦੀ ਕਰਦਿਆਂ ਕਰਮ ਘਟਦਾ ਸੂਲ ਤੱਕ ਰਹਿ ਗਿਆ। ਜਿਵੇਂ ਕੰਡਾ ਵੱਜੇ ਤੇ ਉਹਦਾ ਦਰਦ ਹੁੰਦਾ, ਇੰਨਾ ਰਹਿ ਗਿਆ ਹੈ। ਇਸ ਲਈ ਹੋਣੀ ਹੋ ਕੇ ਰਹਿੰਦੀ ਹੈ। ਸਿਰਫ ਅਸੀਂ ਭਜਨ ਬੰਦਗੀ ਕਰਕੇ ਉਹਦੇ ਅਸਰ ਨੂੰ, ਉਹਦੇ ਪ੍ਰਭਾਵ ਨੂੰ, ਉਹਦੀ ਡਿਊਰੇਸ਼ਨ ਨੂੰ ਘਟਾ ਸਕਦੇ ਹਾਂ। ਮੰਨ ਲਓ ਸਾਡੇ ਪੱਗ ਨੇ ਤੈਨੂੰ 20 ਸਾਲ ਦੀ ਸਜ਼ਾ ਹੋਣੀ ਹੈ, ਲਿਖਤਾ। ਅਸੀਂ ਜਿਉਂ ਲੱਗੇ ਭਜਨ ਬੰਦਗੀ ਕਰਨ, ਕਰਦੇ ਰਹੇ। ਸਜ਼ਾ ਤਾਂ 20 ਸਾਲ ਦੀ ਹੋਣੀ ਸੀ। ਹੇਠਲੇ ਜੱਜ ਨੇ 20 ਸਾਲ ਦੀ ਕਰਤੀ, ਅਸੀਂ ਹਾਈ ਕੋਰਟ 'ਚ ਚਲੇ ਗਏ, ਉਹਨਾਂ ਨੇ 2 ਸਾਲ ਦੀ ਰਹਿਣਤੀ, ਬਾਕੀ 18 ਸਾਲ ਦੀ ਕਰਤੀ। ਹੋਣੀ 20 ਸਾਲ ਦੀ ਹੋਈ ਸੀ, ਪਰ ਉਹ ਭਜਨ ਬੰਦਗੀ ਕਰਕੇ ਸਿਰਫ 2 ਸਾਲ ਦੀ ਰਹਿ ਗਈ। ਇਸ ਤਰ੍ਹਾਂ ਅਸੀਂ ਉਹਨੂੰ ਘਟਾ ਦੇ ਸਕਦੇ ਹਾਂ, ਮਿਟਾ ਨਹੀਂ ਸਕਦੇ। ਪਰਮਾਤਮਾ ਅਲੇਖ ਹੈ, ਉਹਦੇ ਕੋਈ ਕਿਸਮਤ ਲਿਖੀ ਹੋਈ ਨਹੀਂ ਹੈ, ਉਹਦੇ ਕੋਈ ਲੇਖ ਲਿਖੇ ਹੋਏ ਨਹੀਂ ਹਨ। ਉਹ ਬਿਨਾਂ ਲੇਖ ਤੋਂ ਹੈ। ਅਭੇਖ ਹੈ, ਤੇਰਾ ਕੋਈ ਭੇਖ ਨਹੀਂ ਹੈ, ਤੇਰਾ ਕੋਈ ਵਿਸ਼ੇਸ਼ ਪਹਿਰਾਵਾ ਨਹੀਂ ਹੈ। ਹਟਾ ਹੈ, ਤੈਨੂੰ ਕੋਈ ਢਾਹ ਨਹੀਂ ਸਕਦਾ, ਜਿਵੇਂ ਆਪਾਂ ਕੰਧ ਨੂੰ ਢਾਹ ਦਈਏ। ਪਰਮਾਤਮਾ ਹਟਾ ਹੈ, ਪਰਮਾਤਮਾ ਨੂੰ ਕੋਈ ਡੇਗ ਨਹੀਂ ਸਕਦਾ, ਕੋਈ ਢਾਹ ਨਹੀਂ ਸਕਦਾ। ਅਗਾਹ ਹੈ, ਅਗਾਹ ਦਾ ਅਥਾਹ ਹੈ। ਪਰਮਾਤਮਾ ਤੂੰ ਅਥਾਹ ਹੈ, ਤੇਰੀ ਕੋਈ ਥਾਂ ਪਾ ਹੀ ਨਹੀਂ ਸਕਦਾ ਹੈ, ਤੇਰਾ ਕੋਈ ਅੰਤ ਪਾ ਹੀ ਨਹੀਂ ਸਕਦਾ। ਤੂੰ ਬੇਅੰਤ ਹੈ, ਅਲੇਖ ਹੈ, ਤੂੰ ਲੇਖਾਂ ਤੋਂ ਰਹਿਤ ਹੈ। ਅਭੇਖ ਹੈ, ਤੂੰ ਭੇਖ ਤੋਂ ਰਹਿਤ ਹੈ। ਹਟਾ ਹੈ, ਤੂੰ ਡਿੱਗਣ ਤੋਂ ਰਹਿਤ ਹੈ, ਤੈਨੂੰ ਕੋਈ ਡੇਗ ਨਹੀਂ ਸਕਦਾ। ਅਗਾਹ ਹੈ, ਤੂੰ ਅਥਾਹ ਹੈ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।